हाँ जी दोस्तों, बहुत बहुत स्वागत है ਤੁਹਾਡੇ ਸਾਰਿਆਂ ਦਾ। ਬਈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ 10ਵੀਂ ਕਲਾਸ ਵਾਲਿਆਂ ਦੇ ਇੰਗਲਿਸ਼ ਦੇ ਚੈਪਟਰ ਕਰ ਰਹੇ ਸੀਗੇ ਤੇ ਦੋਸਤੋ ਫਾਈਨਲੀ ਅਸੀਂ ਅੱਜ ਆ ਚੁੱਕੇ ਹਾਂ ਤੁਹਾਡੇ ਲਾਸਟ ਚੈਪਟਰ ਤੇ, ਯਾਨੀ ਕਿ ਮੇਨ ਕੋਰਸ ਦਾ ਜਿਹੜਾ ਤੁਹਾਡਾ ਲਾਸਟ ਚੈਪਟਰ ਹੈ, ਚੈਪਟਰ ਨੰਬਰ 8, ਜਿਸ ਦਾ ਨਾਮ ਹੈਗਾ ਦਾ ਰੂਲ ਆਫ ਦਾ ਰੋਡ। ਤੇ ਦੋਸਤੋ ਹਜੇ ਤੱਕ ਆਪਣੇ ਸਾਰੇ ਚੈਪਟਰ ਹੋ ਚੁੱਕੇ ਨੇ ਮੇਨ ਕੋਰਸ ਦੇ, ਠੀਕ ਹੈ ਜੀ। ਤੁਹਾਡਾ ਜਿਹੜੇ ਪਹਿਲਾ ਚੈਪਟਰ ਸੀਗਾ ਦਾ ਹੈਪੀ ਪ੍ਰਿੰਸ, ਦੂਸਰਾ ਵਿਲ ਸਾਇੰਸ ਟੇਕਿੰਗ ਅਸ, ਤੀਸਰਾ ਸੀਕ੍ਰੇਟ ਆਫ ਹੈਪੀਨੈਸ ਤੇ ਚੌਥਾ ਏ ਗਿਫਟ ਫॉर ਕ੍ਰਿਸਮਸ ਤੇ ਪੰਜਵਾਂ ਸਮ ਗਲਿੰਪਸਿਸ ऑफ एनिशियंट थाउंट एंड प्रैक्टिस ਤੇ ਉਸ ਤੋਂ ਬਾਅਦ 6ਵਾਂ ਦਾ ਹੋਮਕਮਿੰਗ, ਫਿਰ 7ਵਾਂ ਕੀਤਾ ਸੀਗਾ ਦਾ ਮੇਕਿੰਗ ਆਫ ਦਾ ਅਰਥ। ਤੇ ਦੋਸਤੋ ਅੱਜ ਫਾਈਨਲੀ ਤੁਹਾਡਾ ਲਾਸਟ ਚੈਪਟਰ ਜਿਸ ਦਾ ਨਾਮ ਹੈਗਾ ਦਾ ਰੂਲ ਆਫ ਦਾ ਰੋਡ ਤੇ ਇਸ ਦੇ ਰਾਈਟਰ ਹੈਗੇ ਆ ਏਜੀ ਗਾਰਡਨੀਅਰ। ਤੇ ਦੋਸਤੋ ਜਦੋਂ ਇਹ ਚੈਪਟਰ ਅੱਜ ਆਪਣਾ ਖਤਮ ਹੋ ਗਿਆ, ਕੱਲ ਤੋਂ ਆਪਾਂ ਸਟਾਰਟ ਕਰਾਂਗੇ ਤੁਹਾਡੀ ਪੋਇਟਰੀ ਵਾਲੀ ਬੁੱਕ, ਠੀਕ ਹੈ ਜੀ। ਯਾਨੀ ਕਿ ਤੁਹਾਡੇ ਜਿਹੜੇ ਪੋਇਮ ਨੇ ਉਹ ਸਟਾਰਟ ਕਰਾਂਗੇ ਤੇ ਉਹ ਖਤਮ ਕਰਕੇ ਫਿਰ ਆਪਾਂ ਸਪਲੀਮੈਂਟਰੀ ਦੀ ਜਿਹੜੀ ਬੁੱਕ ਆ ਤੁਹਾਡੀ ਉਹ ਸਟਾਰਟ ਕਰ ਦਿਆਂਗੇ। ਤੇ ਦੋਸਤੋ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦਾ ਰੂਲ ਆਫ ਦਾ ਰੋਡ, ਠੀਕ ਹੈ ਜੀ। ਰਾਈਟਰ ਹੈਗੇ ਆ ਏਜੀ ਗਾਰਡਨੀਅਰ। ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਤੇ ਦੋਸਤੋ ਜਿਹੜਾ ਤੁਹਾਡਾ ਚੈਪਟਰ ਆ ਇਹ ਦਾ ਰੂਲ ਆਫ ਦਾ ਰੋਡ, ਇਸ ਦਾ ਇਹੀ ਮਤਲਬ ਆ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ, ਸਾਨੂੰ ਆਜ਼ਾਦੀ ਆ। ਯਾਨੀ ਕਿ ਜੋ ਵੀ ਕੁਝ ਕਰ ਸਕਦੇ ਹਾਂ, ਘੁੰਮ ਸਕਦੇ ਹਾਂ, ਠੀਕ ਹੈ ਜੀ। ਕੁਝ ਵੀ ਪਾ ਸਕਦੇ ਹਾਂ, ਕੁਝ ਵੀ ਖਾ ਸਕਦੇ ਹਾਂ, ਜਿਵੇਂ ਆਪਣਾ ਹੇਅਰ ਸਟਾਈਲ ਆ ਉਵੇਂ ਰਖਵਾ ਸਕਦੇ ਹਾਂ, ਜਿਹੜੇ ਮਰਜ਼ੀ ਕੱਪੜੇ ਪਾਈਏ, ਜਿੱਥੇ ਮਰਜ਼ੀ ਘੁੰਮੀਏ, ਠੀਕ ਹੈ ਜੀ। ਆਪਾਂ ਗਾਣਾ ਗਾ ਸਕਦੇ ਹਾਂ, ਡਾਂਸ ਕਰ ਸਕਦੇ ਹਾਂ, ਠੀਕ ਹੈ ਜੀ। ਸਾਨੂੰ ਹਰ ਤਰ੍ਹਾਂ ਦੀ ਆਜ਼ਾਦੀ ਆ। ਪਰ ਦੋਸਤੋ ਜਿਹੜਾ ਰਾਈਟਰ ਆ ਉਸਨੇ ਸਾਨੂੰ ਦੱਸਿਆ ਕਿ ਜਿਹੜੀ ਸਾਡੀ ਆਜ਼ਾਦੀ ਆ ਉਹ ਦੂਸਰਿਆਂ ਦੇ ਲਈ ਮਤਲਬ ਕੋਈ ਅੜਿੱਕਾ ਨਹੀਂ ਬਣਨੀ ਚਾਹੀਦੀ, ਠੀਕ ਹੈ ਦੋਸਤੋ। ਜਿਵੇਂ ਕਿ ਹੁਣ ਤੁਸੀਂ ਆਪਣੀ ਆਜ਼ਾਦੀ ਲਈ ਤੁਸੀਂ ਕਹੋ ਕਿ ਹੁਣ ਮੈਂ ਰਸਤੇ ਵਿੱਚ ਜਾ ਕੇ, ਠੀਕ ਹੈ ਜੀ, ਗਲੀ ਵਿੱਚ ਜਾ ਕੇ ਮੈਂ ਉੱਥੇ ਢੋਲ ਵਜਾਉਣ ਲੱਗ ਜਾਵਾਂ ਅਤੇ ਉਸ ਵਕਤ ਜਿਹੜੇ ਰਾਤ ਨੂੰ ਲੋਕ ਸੋਏ ਹੋਣ, ਠੀਕ ਹੈ ਜੀ। ਤੁਸੀਂ ਅਗਰ ਢੋਲ ਵਜਾਓਗੇ ਤਾਂ ਰਾਤ ਨੂੰ ਲੋਕ ਸੋਏ ਹੋਏ ਨੇ, ਤਾਂ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਊਗੀ ਨਾ। ਇਸ ਲਈ ਸਮਾਜ ਨੂੰ ਕੋਈ ਵੀ ਅੜਿੱਕਾ ਨਹੀਂ ਲੱਗਣਾ ਚਾਹੀਦਾ ਮੇਰੇ ਆਜ਼ਾਦੀ ਕਰਕੇ। ਹੁਣ ਦੇਖੋ ਮੈਂ ਢੋਲ ਵਜਾ ਰਿਹਾ, ਠੀਕ ਹੈ ਜੀ, ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਆਊਗੀ ਰਾਤ ਨੂੰ ਜਿਹੜੇ ਸੋਏ ਹੋਏ ਨੇ। ਤੇ ਦੋਸਤੋ ਜਿਹੜਾ ਰਾਈਟਰ ਆ ਉਹ ਕਹਿੰਦਾ ਕਿ ਤੁਹਾਨੂੰ ਆਜ਼ਾਦੀ ਤਾਂ ਹੈ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਢੋਲ ਵੀ ਵਜਾਓ, ਠੀਕ ਹੈ, ਡਾਂਸ ਵੀ ਕਰੋ, ਨੱਚੋ ਟੱਪੋ, ਸਾਰਾ ਕੁਝ, ਪਰ ਜਿਸ ਨਾਲ ਸਮਾਜ ਨੂੰ ਕੋਈ ਵੀ ਦਿੱਕਤ ਨਹੀਂ ਆਣੀ ਚਾਹੀਦੀ। ਉਹਨਾਂ ਦੇ ਰਸਤੇ ਵਿੱਚ ਕੋਈ ਵੀ ਅੜਿੱਕਾ ਨਹੀਂ ਲੱਗਣਾ ਚਾਹੀਦਾ। ਹੁਣ ਦੋਸਤੋ ਇੱਥੇ ਵੀ ਐਗਜ਼ਾਮਪਲ ਲਓ, ਢੋਲ ਵਜਾਉਣਾ, ਠੀਕ ਹੈ। ਹੁਣ ਦੋਸਤੋ ਤੁਸੀਂ ਇੱਥੇ ਗਲੀ ਵਿੱਚ ਆਪਣੇ ਮੁਹੱਲੇ ਦੇ ਘਰਾਂ ਦੇ ਅੱਗੇ ਢੋਲ ਨਹੀਂ ਵਜਾ ਸਕਦੇ, ਜਿੱਥੇ ਹੁਣ ਲੋਕ ਸੋਏ ਹੋਏ ਨੇ ਹਜੇ, ਠੀਕ ਹੈ ਜੀ। ਤੁਸੀਂ ਢੋਲ ਵਜਾਉਣਾ ਤਾਂ ਜਾਓ ਪਹਾੜਾਂ ਤੇ ਜਾਓ, ਜਿੱਥੇ ਕੋਈ ਲੋਕ ਨਹੀਂ ਹੈਗੇ, ਠੀਕ ਹੈ ਜੀ, ਜਿੱਥੇ ਕੋਈ ਨਹੀਂ ਰਹਿੰਦਾ, ਠੀਕ ਹੈ। ਦੂਰ ਦੂਰ ਤੱਕ ਪਹਾੜਾਂ ਤੇ ਜਾਓ, ਜੰਗਲ ਵਿੱਚ ਜਾਓ, ਉੱਥੇ ਜਿੰਨਾ ਮਰਜ਼ੀ ਢੋਲ ਵਜਾਓ, ਠੀਕ ਹੈ। ਤੇ ਦੋਸਤੋ ਜਿਹੜਾ ਰਾਈਟਰ ਆ ਉਸਨੇ ਬੇਸਿਕਲੀ ਸਾਨੂੰ ਦਾ ਰੂਲ ਆਫ ਦਾ ਰੋਡ ਦਾ ਮਤਲਬ ਇਹ ਦੱਸਿਆ ਕਿ ਜਿਹੜੇ ਲੋਕਾਂ ਦੇ ਆਜ਼ਾਦੀ ਦੇ ਜਿਹੜੇ ਅਧਿਕਾਰ ਨੇ, ਠੀਕ ਹੈ ਜੀ, ਉਹਨਾਂ ਨੂੰ ਬਣਾਏ ਰੱਖਣ ਲਈ ਸਾਰਿਆਂ ਦੇ ਜਿਹੜੇ ਆਜ਼ਾਦੀ ਦੇ ਅਧਿਕਾਰ ਵਿੱਚ ਕੁਝ ਕਾਂਟ ਛਾਂਟ ਕਰਨੀ ਜ਼ਰੂਰੀ ਹੁੰਦੀ ਹੈ। ਯਾਨੀ ਕਿ ਦੋਸਤੋ ਜਿਹੜੇ ਲੋਕ ਨੇ, ਠੀਕ ਹੈ ਜੀ, ਜਿਹੜਾ ਨੇ ਉਹਨਾਂ ਨੂੰ ਆਜ਼ਾਦੀ ਦਾ ਜਿਹੜਾ ਅਧਿਕਾਰ ਮਿਲਿਆ ਵਾ ਉਹਨਾਂ ਨੂੰ ਸੀਮਿਤ ਕਰਨਾ, ਯਾਨੀ ਕਿ ਨਾ ਤਾਂ ਜਿਹੜੇ ਦੂਸਰੇ ਜਿਹੜੇ ਲੋਕਾਂ ਨੇ ਉਹਨਾਂ ਦੇ ਜਿਹੜੀ ਆਜ਼ਾਦੀ ਦਾ ਜਿਹੜਾ ਪੱਖ ਆ ਉਹਨਾਂ ਦੀ ਆਜ਼ਾਦੀ ਕਰਕੇ ਦੂਸਰਿਆਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਇਹ ਗੱਲ ਇੱਥੇ ਆਪਾਂ ਨੂੰ ਰਾਈਟਰ ਨੇ ਦੱਸੀ ਹੈ, ਠੀਕ ਹੈ ਦੋਸਤੋ। ਜਿਵੇਂ ਕਿ ਦੋਸਤੋ ਇੱਥੇ ਰਾਈਟਰ ਨੇ ਦੱਸਿਆ ਕਿ ਸੜਕ ਤੇ ਤੈਨਾਤ ਕੀਤਾ ਗਿਆ ਜਿਹੜਾ ਕਰਮਚਾਰੀ ਆ, ਯਾਨੀ ਕਿ ਪੁਲਿਸ ਵਾਲਾ ਜਿਹੜਾ ਕਰਮਚਾਰੀ ਆ ਉਹ ਇਹਨਾਂ ਨੂੰ ਸੀਮਿਤ ਕਰਦਾ ਵਾ। ਯਾਨੀ ਕਿ ਦੋਸਤੋ ਦੇਖੋ ਜਿਹੜੇ ਲੋਕ ਨੇ ਉਹਨਾਂ ਨੂੰ ਸੜਕ ਤੇ ਘੁੰਮਣ ਦੀ, ਮੋਟਰਸਾਈਕਲ ਚਲਾਉਣ ਦੀ, ਕਾਰ ਚਲਾਉਣ ਦੀ ਆਜ਼ਾਦੀ ਆ, ਪਰ ਦੋਸਤੋ ਉਹਨਾਂ ਨੂੰ ਸੀਮਿਤ ਕਰਨਾ, ਠੀਕ ਹੈ ਜੀ। ਹੁਣ ਦੇਖੋ ਜਿਹੜੇ ਰੂਲ ਆਫ ਦਾ ਰੋਡ ਇੱਥੇ ਇਹ ਦੱਸ ਰਿਹਾ ਕਿ ਜਿਹੜੇ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਨੇ, ਠੀਕ ਹੈ ਜੀ, ਰੈੱਡ ਲਾਈਟ, ਗ੍ਰੀਨ ਲਾਈਟ, ਠੀਕ ਹੈ ਜੀ, ਜਿਹੜੇ ਆਪਣੇ ਇਹ ਮਤਲਬ ਨਿਯਮ ਬਣਾਏ ਹੋਏ ਨੇ ਕਿ ਤੁਸੀਂ ਇਸ ਨਿਯਮਾਂ ਦਾ ਪਾਲਣਾ ਕਰਨਾ ਵਾ, ਠੀਕ ਹੈ ਜੀ। ਹੁਣ ਤੁਸੀਂ ਰੈੱਡ ਲਾਈਟ ਆਈ ਹੋਈ ਆ, ਠੀਕ ਹੈ ਜੀ, ਹੁਣ ਤੁਸੀਂ ਸੜਕ ਥੋੜੀ ਪਾਰ ਕਰੋਗੇ ਜਦੋਂ ਤੱਕ ਰੈੱਡ ਲਾਈਟ ਖਤਮ ਨਹੀਂ ਹੋ, ਗ੍ਰੀਨ ਜਦੋਂ ਤੱਕ ਨਹੀਂ ਹੋ ਉਦੋਂ ਤੱਕ ਤੁਸੀਂ ਸੜਕ ਪਾਰ ਨਹੀਂ ਕਰੋਗੇ। ਜਦੋਂ ਗ੍ਰੀਨ ਹੋ ਉਦੋਂ ਹੀ ਤੁਸੀਂ ਆਪਣੀ ਸੜਕ ਪਾਰ ਕਰੋਗੇ। ਹੁਣ ਮੰਨੋ ਦੋਸਤੋ ਜੇਕਰ ਤੁਸੀਂ ਰੈੱਡ ਲਾਈਟ ਆ ਤੇ ਉਸ ਵਕਤ ਤੁਸੀਂ ਆਪਣੀ ਗੱਡੀ ਪਾਰ ਕਰ ਰਹੇ ਹੋ, ਅੱਗੇ ਕੋਈ ਗੱਡੀ ਠੁੱਕ ਜਾਵੇ ਤੁਹਾਡੇ ਤੋਂ, ਤਾਂ ਦੋਸਤੋ ਇਹ ਤਾਂ ਫਿਰ ਤੁਹਾਡੇ ਖਿਲਾਫ ਹੋਊਗਾ ਨਾ। ਹੁਣ ਤੁਸੀਂ ਸੋਚ ਰਹੇ ਹੋ ਕਿ ਮੈਨੂੰ ਆਜ਼ਾਦੀ ਆ, ਹੁਣ ਮੈਂ ਆਪਣੀ ਗੱਡੀ ਜਿੱਥੇ ਮਰਜ਼ੀ ਚਲਾ ਸਕਦਾ, ਮੈਂ ਜਿਵੇਂ ਮਰਜ਼ੀ ਗੱਡੀ ਚਲਾਵਾਂ। ਹੁਣ ਇਹ ਨਹੀਂ ਕਿ ਤੁਸੀਂ ਦੇਸ਼ ਦਾ ਜਿਹੜਾ ਰੂਲ ਆ ਉਸ ਨੂੰ ਤੋੜੋ, ਠੀਕ ਹੈ ਜੀ। ਇਸ ਲਈ ਲੋਕਾਂ ਦੇ ਆਜ਼ਾਦੀ ਦੇ ਅਧਿਕਾਰ ਨੇ ਉਹ ਸੀਮਿਤ ਕਰਨਾ ਤਾਂ ਕਿ ਉਹ ਉਹਨਾਂ ਦਾ ਮਤਲਬ ਮਿਸਯੂਜ਼ ਨਾ ਕਰਨ। ਹੁਣ ਇੱਥੇ ਤੁਸੀਂ ਜਦੋਂ ਤੱਕ ਗ੍ਰੀਨ ਲਾਈਟ ਨਹੀਂ ਹੋ ਉਦੋਂ ਤੱਕ ਤੁਸੀਂ ਨਹੀਂ ਜਾਓਗੇ, ਠੀਕ ਹੈ ਜੀ। ਇੱਕ ਜਿਹੜਾ ਪੁਲਿਸ ਕਰਮਚਾਰੀ ਆ ਉਹ ਇਹੀ ਦੇਖਦਾ ਵਾ, ਠੀਕ ਹੈ ਦੋਸਤੋ। ਜਿਹੜੇ ਸੜਕ ਤੇ ਤੈਨਾਤ ਹੁੰਦੇ ਨੇ ਉਹ ਦੇਖਦੇ ਆ ਕਿ ਜਿਹੜੇ ਲੋਕ ਨੇ ਉਹ ਕੋਈ ਰੂਲ ਤਾਂ ਨਹੀਂ ਤੋੜ ਰਹੇ ਹੈਗੇ, ਠੀਕ ਹੈ ਜੀ, ਜਿਹੜੇ ਰੋਡ ਦੇ ਪਾਲਣ ਕਰ ਰਹੇ ਆ ਕਿ ਨਹੀਂ, ਠੀਕ ਹੈ ਜੀ। ਇਸੇ ਤਰ੍ਹਾਂ ਦੋਸਤੋ ਇਹ ਦੱਸਿਆ ਵਾ ਕਿ ਹੁਣ ਤੁਹਾਨੂੰ ਆਜ਼ਾਦੀ ਤਾਂ ਹੈ ਪਰ ਉਸ ਨੂੰ ਸੀਮਿਤ ਵੀ ਲਾਉਣਾ ਚਾਹੀਦਾ, ਉਸ ਤੇ ਕੋਈ ਪ੍ਰਤੀਬੰਧ ਵੀ ਲਾਉਣਾ ਚਾਹੀਦਾ ਤਾਂ ਕਿ ਤੁਸੀਂ ਉਸ ਆਜ਼ਾਦੀ ਦੇ ਕਰਕੇ ਤੁਹਾਡੀ ਦੂਸਰੇ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਤੇ ਦੋਸਤੋ ਹੁਣ ਜਿਹੜਾ ਰਾਈਟਰ ਆ ਉਹ ਸਾਨੂੰ ਇੱਕ ਮਜ਼ੇਦਾਰ ਕਹਾਣੀ ਦੱਸਦਾ ਵਾ। ਇੱਕ ਵਿਅਕਤੀ ਨੇ ਜੀ ਮਿਸਟਰ ਆਰਥਰ ਰੈਂਸਮ, ਠੀਕ ਹੈ ਜੀ, ਉਹ ਉਹਨਾਂ ਨੂੰ ਕਈ ਵਾਰੀ ਸੰਦੇਸ਼ ਭੇਜਦੇ ਹੁੰਦੇ ਸੀਗੇ ਤੇ ਉਹਨਾਂ ਸੰਦੇਸ਼ਾਂ ਵਿੱਚੋਂ ਇੱਕ ਇਹ ਸੰਦੇਸ਼ ਸੀਗਾ ਕਿ ਇੱਕ ਹੱਟੀ ਕੱਟੀ ਬੁੱਢੀ ਔਰਤ
ਆਪਣੀ ਟੋਕਰੀ ਚੁੱਕੀ ਹੋਈ, ਠੀਕ ਹੈ ਜੀ, ਪੈਟਰੋਗਰਾਡ ਦੀ ਜਿਹੜੀ ਸੜਕਾਂ ਤੇ ਵਿੱਚੋਂ ਚੱਲੀ ਜਾ ਰਹੀ ਸੀਗੀ। ਪੈਟਰੋਗਰਾਡ ਦੋਸਤੋ ਇਹ ਇੱਕ ਰਾਜਧਾਨੀ ਆ, ਠੀਕ ਹੈ ਜੀ, ਰੂਸ ਦੀ। ਤੇ ਦੋਸਤੋ ਜਿਹੜੀ ਬੁੱਢੀ ਔਰਤ ਸੀਗੀ ਉਹ ਸੜਕ ਦੇ ਵਿੱਚ ਚੱਲ ਰਹੀ ਸੀਗੀ, ਯਾਨੀ ਕਿ ਜਿੱਥੇ ਗੱਡੀਆਂ ਚੱਲਦੀਆਂ ਨੇ ਉੱਥੇ ਉਹ ਚੱਲ ਰਹੀ ਸੀਗੀ, ਜਿੱਥੇ ਪੈਦਲ ਚੱਲਦੇ ਨੇ ਲੋਕ ਉੱਥੇ ਨਹੀਂ ਚੱਲ ਰਹੀ ਸੀ, ਜਿੱਥੇ ਗੱਡੀਆਂ ਚੱਲਦੀਆਂ ਨੇ ਉੱਥੋਂ ਜਾ ਰਹੀ ਸੀਗੀ। ਤੇ ਦੋਸਤੋ ਇਸ ਕਰਕੇ ਜਿਹੜੇ ਆਵਾਜਾਈ ਦੇ ਜਿਹੜੇ ਸਾਧਨ ਸੀਗੇ, ਠੀਕ ਹੈ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ, ਯਾਨੀ ਕਿ ਜਿਹੜੇ ਮੋਟਰਸਾਈਕਲ ਕਾਰ ਇਹ ਚਲਾ ਰਹੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ, ਕਿਉਂਕਿ ਜਿਹੜੀ ਬੁੱਢੀ ਔਰਤ ਆ ਉਹ ਸੜਕ ਦੇ ਵਿੱਚੋਂ ਚੱਲ ਰਹੀ ਸੀਗੀ। ਠੀਕ ਹੈ ਦੋਸਤੋ, ਉਸ ਤੋਂ ਬਾਅਦ ਜਿਹੜਾ ਅਜਿਹਾ ਕਰਨਾ ਦੋਸਤੋ, ਹੁਣ ਆਪਾਂ ਦੇਖੀਏ ਅਜਿਹਾ ਕਰਨਾ ਦੋਸਤੋ ਉਸ ਲਈ ਵੀ ਬਹੁਤ ਖਤਰਨਾਕ ਸੀ ਅਤੇ ਲੋਕਾਂ ਲਈ ਵੀ ਬਹੁਤ ਖਤਰਨਾਕ ਸੀਗਾ। ਤੇ ਦੋਸਤੋ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਹ ਪੈਦਲ ਚੱਲਣ ਵਾਲੇ ਰਸਤੇ ਤੇ, ਯਾਨੀ ਕਿ ਉਸ ਦੇ ਨਾਲ ਜਿਹੜੀ ਪੈਦਲ ਜਿੱਥੇ ਲੋਕ ਚੱਲਦੇ ਨੇ ਉਸ ਰਾਹ ਉੱਤੇ ਚੱਲ, ਫਿਰ ਜਿਹੜੀ ਬੁੱਢੀ ਔਰਤ ਸੀਗੀ ਉਹ ਬੋਲੀ, ਜਿੱਥੇ ਮੈਂ ਚਾਹੁੰਦੀ ਹਾਂ ਮੈਂ ਉੱਥੇ ਚੱਲਾਂਗੀ, ਹੁਣ ਤਾਂ ਸਾਨੂੰ ਲਿਬਰਟੀ ਮਿਲ ਗਈ ਹੈ। ਤੇ ਦੋਸਤੋ ਇਸ ਤਰ੍ਹਾਂ ਜਿਹੜੀ ਬੁੱਢੀ ਔਰਤ ਆ ਉਸ ਦਾ ਕਹਿਣਾ ਇਹ ਆ ਕਿ ਅਸੀਂ ਹੁਣ ਸੜਕ ਦੇ ਵਿੱਚੋਂ ਚੱਲਾਂਗੇ। ਠੀਕ ਹੈ ਦੋਸਤੋ, ਠੀਕ ਹੈ, ਇਸ ਦਾ ਅਰਥ ਤਾਂ ਫਿਰ ਦੋਸਤੋ ਇਹੀ ਹੋਇਆ ਕਿ ਜਿਹੜੀ ਗੱਡੀਆਂ ਨੇ ਹੁਣ ਉਹ ਸੜਕ ਤੇ ਨਹੀਂ ਚੱਲਣਗੀਆਂ, ਉਹ ਰੇਲ ਦੀਆਂ ਪਟੜੀਆਂ ਤੇ ਚੱਲਣਗੀਆਂ, ਕਿਉਂਕਿ ਸੜਕ ਦੇ ਦਾ ਵਿੱਚੋਂ ਬੰਦੇ ਚੱਲਣਗੇ ਤੇ ਫਿਰ ਜਦੋਂ ਬੰਦੇ ਸੜਕ ਦੇ ਵਿੱਚੋਂ ਚੱਲਣਗੇ ਤਾਂ ਗੱਡੀਆਂ ਕਿੱਥੇ ਚੱਲਣਗੀਆਂ। ਤੇ ਦੋਸਤੋ ਇਸ ਤਰ੍ਹਾਂ ਫਿਰ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਰੇਲ ਪਟੜੀਆਂ ਤੇ ਚੱਲਣਾ ਪਵੇਗਾ। ਦੋਸਤੋ ਦੇਖ ਰਹੇ ਹੋ ਤੁਸੀਂ ਲੋਕਾਂ ਦੀ ਆਜ਼ਾਦੀ ਤੇ ਲੋਕ ਕਿਵੇਂ ਸੋਚ ਰਹੇ ਆ ਕਿ ਹੁਣ ਦੇਖੋ ਸਾਨੂੰ ਆਜ਼ਾਦੀ ਮਿਲ ਗਈ ਆ ਤਾਂ ਹੁਣ ਅਸੀਂ ਕੀ ਸੜਕ ਦੇ ਵਿੱਚੋਂ ਚੱਲਾਂਗੇ ਨਾ। ਇਹ ਗੱਲ ਦੋਸਤੋ ਦੇਖੋ ਨਡਿੱਕਾ ਲੱਗ ਰਿਹਾ ਨਾ। ਇੱਥੇ ਮੈਂ ਤੁਹਾਨੂੰ ਇਹੀ ਗੱਲ ਦੱਸੀ ਸੀ ਕਿ ਜਿਹੜੀ ਤੁਹਾਡੀ ਆਜ਼ਾਦੀ ਆ ਉਸ ਨੂੰ ਤੁਸੀਂ ਸੀਮਿਤ ਕਰਨਾ ਵਾ, ਠੀਕ ਹੈ ਜੀ। ਤੁਸੀਂ ਦੂਸਰੇ ਸਮਾਜ ਦੇ ਲੋਕ ਨੇ ਜਿਹੜੇ ਉਹਨਾਂ ਦੇ ਰਸਤੇ ਵਿੱਚ ਕੋਈ ਵੀ ਡਿੱਕਾ ਨਹੀਂ ਲੱਗਣਾ ਚਾਹੀਦਾ। ਹੁਣ ਦੇਖੋ ਜਿਹੜੀ ਆ ਬੁੱਢੀ ਔਰਤ ਆ ਉਹ ਸੜਕ ਦੇ ਵਿੱਚੋਂ ਚੱਲ ਰਹੀ ਆ, ਇਸ ਲਈ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ, ਠੀਕ ਹੈ ਜੀ, ਆਵਾਜਾਈ ਦੇ ਜਿਹੜੇ ਸਾਧਨ ਨੇ ਉੱਥੇ ਦੇ, ਠੀਕ ਹੈ ਜੀ, ਉਹਨਾਂ ਨੂੰ ਦਿੱਕਤ ਆ ਰਹੀ ਆ। ਤੇ ਦੋਸਤੋ ਇਸੇ ਤਰ੍ਹਾਂ ਦੇਖੋ ਹੁਣ ਜਿਹੜੀ ਬੁੱਢੀ ਔਰਤ ਆ ਉਹ ਸੜਕ ਦੇ ਵਿੱਚੋਂ ਨਾ ਹੋ ਕੇ ਆਪਣਾ ਜਿਹੜਾ ਸਾਈਡ ਵਾਲਾ ਜਿਹੜਾ ਰਸਤਾ ਵਾ ਪੈਦਲ ਜਿੱਥੇ ਚੱਲਦੇ ਨੇ ਲੋਕ ਉੱਥੋਂ ਵੀ ਜਾ ਸਕਦੀ ਆ, ਠੀਕ ਹੈ ਜੀ। ਹੁਣ ਆਜ਼ਾਦੀ ਤਾਂ ਹੈਗੀ ਹੈ ਸੜਕ ਤੇ ਚੱਲਣ ਦੀ, ਪਰ ਸੜਕ ਦੇ ਵਿੱਚੋਂ ਤਾਂ ਆਜ਼ਾਦੀ ਨਹੀਂ ਨਾ। ਸੜਕ ਦੇ ਸਾਈਡ ਤੋਂ ਚੱਲ ਲਓ, ਇਹ ਆਜ਼ਾਦੀ ਹੈਗੀ ਆ, ਠੀਕ ਹੈ ਦੋਸਤੋ। ਆਜ਼ਾਦੀ ਤਾਂ ਹੈਗੀ ਹੈ ਸੜਕ ਤੇ ਚੱਲਣ ਦੀ, ਪਰ ਉਸ ਨੂੰ ਦੇਖੋ ਨਾ ਕਿ ਲੋਕਾਂ ਨੂੰ ਕੋਈ ਡਿੱਕਾ ਨਹੀਂ ਲੱਗਣਾ ਚਾਹੀਦਾ ਤੁਹਾਡੀ ਆਜ਼ਾਦੀ ਕਰਕੇ। ਤੇ ਫਿਰ ਜਿਹੜਾ ਦੋਸਤੋ ਰਾਈਟਰ ਆ ਉਹ ਕਹਿੰਦਾ ਕਿ ਟੋਕਰੀ ਵਾਲੀ ਜਿਹੜੀ ਬੁੱਢੀ ਔਰਤ ਵਾਂਗ ਅੱਜ ਕੱਲ੍ਹ ਜਿਹੜੇ ਸੰਸਾਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਜ਼ਾਦੀ ਦਾ ਨਸ਼ਾ ਹੋਣ ਦਾ ਖਤਰਾ ਬਣ ਆਇਆ ਹੈ। ਠੀਕ ਹੈ ਦੋਸਤੋ, ਇਸ ਲਈ ਉਚਿਤ ਰਹੇਗਾ ਕਿ ਅਸੀਂ ਆਪਣੇ ਆਪ ਨੂੰ ਯਾਦ ਦਿਵਾਈਏ ਕਿ ਸੜਕ ਦੇ ਨਿਯਮ ਕੀ ਨੇ, ਯਾਨੀ ਕਿ ਦਾ ਰੂਲ ਆਫ ਰੋਡ ਦਾ ਕੀ ਅਰਥ ਹੁੰਦਾ ਹੈ। ਇਸ ਦਾ ਅਰਥ ਇਹੀ ਹੁੰਦਾ ਹੈ ਦੋਸਤੋ ਕਿ ਆਦਮੀਆਂ ਦੀਆਂ ਜਿਹੜੀਆਂ ਆਜ਼ਾਦੀਆਂ ਹਨ ਉਹਨਾਂ ਵਿੱਚ ਕੁਝ ਕਾਂਟ ਛਾਂਟ ਕਰਕੇ, ਠੀਕ ਹੈ ਜੀ, ਕੀਤੀ ਜਾਵੇ ਤਾਂ ਕਿ ਦੋਸਤੋ ਹਰੇਕ ਵਿਅਕਤੀਆਂ ਦੀ ਜਿਹੜੀ ਆਜ਼ਾਦੀਆਂ ਨੂੰ ਬਣਾਇਆ ਰੱਖਿਆ ਜਾ ਸਕੇ। ਠੀਕ ਹੈ ਦੋਸਤੋ, ਉਦਾਹਰਨ ਦੇ ਤੌਰ 'ਤੇ ਦੋਸਤੋ ਜਦੋਂ ਕੋਈ ਪੁਲਿਸ ਵਾਲਾ ਯਾਨੀ ਕਿ ਕਿਸੇ ਚੁਰਾਹੇ ਤੇ, ਯਾਨੀ ਕਿ ਦੋਸਤੋ ਇੱਥੇ ਰਾਈਟਰ ਨੇ ਦੱਸਿਆ ਕਿ ਇੱਕ ਪਿਕਾਡੀਲੀ ਸਰਕਸ ਹੈ ਜੋ ਕਿ ਦੋਸਤੋ ਇੱਕ ਚੁਰਾਹਾ ਵਾ, ਠੀਕ ਹੈ ਦੋਸਤੋ, ਯਾਨੀ ਕਿ ਚੌਂਕ ਆ ਇੱਕ ਦੇ ਮੱਧ ਵਿੱਚ ਦੋਸਤੋ ਇੱਕ ਜਿਹੜਾ ਪੁਲਿਸ ਵਾਲਾ ਵਾ ਉਹ ਆਪਣਾ ਹੱਥ ਚੁੱਕ ਲੈਂਦਾ ਵਾ। ਯਾਨੀ ਕਿ ਦੋਸਤੋ ਆਪਾਂ ਦੇਖਦੇ ਹੋਵਾਂਗੇ ਕਿ ਇੱਕ ਚੌਂਕ ਤੇ ਜਦੋਂ ਕੋਈ ਗੱਡੀ ਜ਼ਿਆਦਾ ਜਾਂਦੀ ਹੁੰਦੀ ਆ ਤਾਂ ਦੋਸਤੋ ਇੱਕ ਸਾਈਡ ਵਾਲੀ ਜਿਹੜੀ ਗੱਡੀਆਂ ਨੂੰ ਰੋਕ ਕੇ ਉਹ ਜਿਹੜਾ ਪੁਲਿਸ ਵਾਲਾ ਹੁੰਦਾ ਕਿ ਤੁਸੀਂ ਪਹਿਲੇ ਦੂਸਰੀਆਂ ਸਾਈਡ ਵਾਲੀ ਗੱਡੀਆਂ ਨਿਕਲ ਲੈਣ ਦਿਓ ਤੇ ਇੱਕ ਸਾਈਡ ਵਾਲੀ ਗੱਡੀਆਂ ਨੂੰ ਰੋਕ ਲੈਂਦਾ ਹੁੰਦਾ ਵਾ ਤੇ ਕਹਿੰਦਾ ਕਿ ਤੁਸੀਂ ਠਹਿਰੋ, ਹੱਥ ਦਿਖਾ ਕੇ ਉਹਨਾਂ ਨੂੰ ਕਹਿ ਦਿੰਦਾ ਰੁਕੋ ਹਜੇ ਤੇ ਪਹਿਲਾਂ ਇਹਨਾਂ ਨੂੰ ਜਾ ਲੈਣ ਦਿਓ ਫਿਰ ਤੁਸੀਂ ਜਾਓ। ਤੇ ਦੋਸਤੋ ਇਸ ਤਰ੍ਹਾਂ ਜਦੋਂ ਪੁਲਿਸ ਵਾਲੇ ਕਿਸੇ ਵਿਅਕਤੀ ਨੂੰ ਰੋਕ ਦਿੰਦੇ ਨੇ, ਠੀਕ ਹੈ ਜੀ, ਉਹ ਸੋਚਦੇ ਆ ਕਿ ਇਹਨਾਂ ਨੇ ਸਾਡੀ ਆਜ਼ਾਦੀ ਦੀ ਬੇਇੱਜ਼ਤੀ ਕੀਤੀ ਹੈ, ਠੀਕ ਹੈ ਜੀ। ਤੁਹਾਨੂੰ ਬਹੁਤ ਹੀ ਜ਼ਿਆਦਾ ਗੁੱਸਾ ਹੁੰਦਾ ਵਾ ਤੇ ਤੁਸੀਂ ਸੋਚਦੇ ਹੋ ਕਿ ਪੁਲਿਸ ਵਾਲੇ ਦਾ ਜਿਹੜਾ ਵਿਵਹਾਰ ਆ ਉਹ ਬਹੁਤ ਹੀ ਜ਼ਿਆਦਾ ਭੈੜਾ ਵਾ, ਠੀਕ ਹੈ ਜੀ। ਤੁਹਾਨੂੰ ਬਹੁਤ ਜ਼ਿਆਦਾ ਜਲਦੀ ਸੀਗੀ ਆਪਣੇ ਘਰ ਜਾਣ ਦੀ, ਠੀਕ ਹੈ ਜੀ, ਪਰ ਉਹਨਾਂ ਨੇ ਤੁਹਾਨੂੰ ਕੀ ਕੀਤਾ, ਹੱਥ ਦੇ ਕੇ ਰੋਕ ਦਿੱਤਾ ਕਿ ਰੁਕੋ ਤੇ ਪਹਿਲਾਂ ਇਹਨਾਂ ਨੂੰ ਜਾ ਲੈਣ ਦਿਓ ਫਿਰ ਤੁਸੀਂ ਜਾ। ਦੋਸਤੋ ਉਸ ਸਮੇਂ ਤੁਸੀਂ ਸੋਚੋਗੇ ਕਿ ਉਸ ਦੀ ਹਿੰਮਤ ਕਿਵੇਂ ਹੋਈ ਕਿ ਉਸਨੇ ਸੜਕ ਦੇ ਆਜ਼ਾਦੀ ਦਾ ਇਸਤੇਮਾਲ ਕਰਨ ਦੇ ਤੁਹਾਡੇ ਹੱਕ ਵਿੱਚ ਰੁਕਾਵਟ ਪਾਈ। ਯਾਨੀ ਕਿ ਤੁਸੀਂ ਸੜਕ ਦੇ ਵਿੱਚ ਤਾਂ ਜਿੱਥੇ ਮਰਜ਼ੀ ਆ ਜਾ ਸਕਦੇ ਹੋ ਨਾ, ਤਾਂ ਉਹਨੇ ਕੀ ਕੀਤਾ, ਪੁਲਿਸ ਵਾਲੇ ਨੇ ਤੁਹਾਡੀ ਆਜ਼ਾਦੀ ਦੇ ਵਿੱਚ ਰੁਕਾਵਟ ਪਾਈ, ਤੁਹਾਨੂੰ ਰੋਕਿਆ। ਪਰ ਦੋਸਤੋ ਇਹ ਸਾਡੇ ਭਲਾਈ ਲਈ ਹੀ ਹੋਇਆ ਵਾ। ਦੇਖੋ ਦੋਸਤੋ ਅਗਰ ਪੁਲਿਸ ਵਾਲਾ ਰੋਕੂਗਾ ਨਹੀਂ ਇੱਕ ਸਾਈਡ ਦੀ ਸੜਕ ਵਾਲਿਆਂ ਨੂੰ ਤਾਂ ਦੋਸਤੋ ਜਿਹੜਾ ਇਹ ਚੌਂਕ ਆ ਯਾਨੀ ਕਿ ਜਿਹੜਾ ਚੁਰਾਹਾ ਵਾ ਕੋਈ ਵੀ ਇਸ ਚੁਰਾਹੇ ਦੇ ਵਿੱਚੋਂ ਨਹੀਂ ਨਿਕਲ ਪਾਊਗਾ। ਯਾਨੀ ਕਿ ਸਾਰੇ ਜਗ੍ਹਾ ਭਗਦੜ ਮੱਚੂਗੀ, ਉਹ ਕਹੂਗਾ ਕਿ ਮੈਂ ਨਿਕਲਣਾ ਵਾ ਗੱਡੀ ਲੈ ਕੇ, ਪਹਿਲਾਂ ਉਹ ਦੂਸਰਾ ਕਹੂਗਾ ਕਿ ਮੈਂ ਨਿਕਲੂੰਗਾ। ਇਸ ਤਰ੍ਹਾਂ ਦੋਸਤੋ ਕੋਈ ਵੀ ਸਫਲ ਨਹੀਂ ਹੋ ਪਾਊਗਾ, ਠੀਕ ਹੈ ਜੀ। ਚੁਰਾਹਾ ਪਾਰ ਕਰਨ ਦੇ ਵਿੱਚ ਸਾਰੇ ਜਾਣੇ ਉਹੀ ਜਿਹੜਾ ਚੌਂਕ ਆ ਇੱਥੇ ਫਸ ਜਾਣਗੇ, ਠੀਕ ਹੈ ਦੋਸਤੋ ਜਿਹੜਾ ਰਾਈਟਰ ਆ ਉਹ ਸਾਨੂੰ ਇੱਕ ਬਹੁਤ ਵਧੀਆ ਗੱਲ ਦੱਸਦਾ ਵਾ। ਉਹ ਦੱਸਦਾ ਕਿ ਜਿਹੜੀ ਆਜ਼ਾਦੀ ਆ ਉਹ ਇੱਕ ਮਾਤਰ ਨਿੱਜੀ ਵਿਸ਼ਾ ਨਹੀਂ ਹੁੰਦੀ,
ਇਹ ਇੱਕ ਸਮਾਜਿਕ ਸਮਝੌਤਾ ਹੁੰਦਾ ਵਾ। ਤੇ ਦੋਸਤੋ ਇਸ ਦਾ ਅਰਥ ਇਹੀ ਆ ਕਿ ਜਿਹੜੇ ਆਪਸੀ ਹਿੱਤਾਂ ਦਾ ਸਮਝੌਤਾ, ਯਾਨੀ ਕਿ ਦੋਸਤੋ ਅਜਿਹੇ ਵਿਸ਼ੇ ਵਿੱਚ ਜਿੱਥੇ ਕਿਸੇ ਦੂਸਰੇ ਵਿਅਕਤੀ ਦੀ ਆਜ਼ਾਦੀ ਪ੍ਰਭਾਵਿਤ ਨਾ ਹੁੰਦੀ ਹੋਵੇ, ਸਾਡੀ ਆਜ਼ਾਦੀ ਕਰਕੇ ਦੂਸਰੇ ਦੀ ਆਜ਼ਾਦੀ ਵਿੱਚ ਕੋਈ ਵੀ ਪ੍ਰਭਾਵ ਨਹੀਂ ਪੈਣਾ ਚਾਹੀਦਾ ਦੋਸਤੋ। ਠੀਕ ਹੈ ਦੋਸਤੋ, ਅਸੀਂ ਜਿਸ ਤਰ੍ਹਾਂ ਦਾ ਚਾਹੀਏ ਉਸ ਤਰ੍ਹਾਂ ਦਾ ਆਜ਼ਾਦੀ ਵਿਵਹਾਰ ਕਰ ਸਕਦੇ ਹਾਂ। ਠੀਕ ਹੈ ਦੋਸਤੋ, ਪਰ ਦੂਸਰਿਆਂ ਤੇ ਸਾਡਾ ਕੋਈ ਵੀ ਇੰਪੈਕਟ ਨਹੀਂ ਪੈਣਾ ਚਾਹੀਦਾ। ਠੀਕ ਹੈ ਦੋਸਤੋ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਣੀ ਚਾਹੀਦੀ। ਤੇ ਦੋਸਤੋ ਮੰਨੋ ਜਿਵੇਂ ਕਿ ਸਾਡਾ ਮਨ ਕੀਤਾ ਕਿ ਅਸੀਂ ਕਿਸੇ ਸਟ੍ਰੈਂਡ ਤੇ ਜਾ ਕੇ, ਠੀਕ ਹੈ ਦੋਸਤੋ, ਇੱਕ ਲੰਬੀ ਜਿਹੀ ਗਾਊਨ ਪਹਿਨੀਏ, ਠੀਕ ਹੈ ਜੀ, ਅਤੇ ਲੰਬੇ ਲੰਬੇ ਵਾਲ ਵਧਾ ਕੇ ਨੰਗੇ ਪੈਰੀ ਉਸ ਸਟ੍ਰੈਂਡ ਤੇ ਘੁੰਮੀਏ, ਤਾਂ ਦੋਸਤੋ ਸਾਨੂੰ ਅਜਿਹਾ ਕਰਨ ਦੇ ਵਿੱਚ ਕੋਈ ਵੀ ਨਹੀਂ ਰੋਕ ਸਕਦਾ। ਠੀਕ ਹੈ ਦੋਸਤੋ, ਤੇ ਦੋਸਤੋ ਜਿਸ ਤਰ੍ਹਾਂ ਦੂਸਰੇ ਲੋਕਾਂ ਨੂੰ ਆਜ਼ਾਦੀ ਹੈ ਕਿ ਉਹ ਸਾਡਾ ਮਜ਼ਾਕ ਉਡਾਉਣ, ਉਸੇ ਤਰ੍ਹਾਂ ਸਾਨੂੰ ਆਜ਼ਾਦੀ ਹੈ ਕਿ ਅਸੀਂ ਉਹਨਾਂ ਦੇ ਮਜ਼ਾਕ ਦੀ ਪਰਵਾਹ ਨਾ ਕਰੀਏ ਅਤੇ ਜੋ ਸਾਡੇ ਮਨ ਵਿੱਚ ਆਏ ਅਸੀਂ ਆਪਣੇ ਵਾਲ ਰੰਗੀਏ। ਠੀਕ ਹੈ, ਆਪਣੀਆਂ ਮੁੱਛਾਂ ਨੂੰ ਤਾਅ ਦੇਣਾ। ਠੀਕ ਹੈ ਦੋਸਤੋ, ਅਸੀਂ ਇੱਕ ਲੰਮਾ ਟੌਪ ਪਹਿਨੀਏ ਜਾਂ ਇੱਕ ਫਰਾਕ ਦੇ ਆਕਾਰ ਦਾ ਕੋਟ ਅਤੇ ਦੋਸਤੋ ਸੈਂਡਲ ਪਹਿਨੀਏ, ਜਾਂ ਦੇਰ ਨਾਲ ਸੋਣਾ ਜਲਦੀ ਉੱਠਣਾ, ਤਾਂ ਦੋਸਤੋ ਅਸੀਂ ਆਪਣੀ ਚਾਹਤ ਨੂੰ ਪੂਰਾ ਕਰ ਸਕਦੇ ਹਾਂ ਅਤੇ ਸਾਨੂੰ ਕਿਸੇ ਆਦਮੀ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈਗੀ। ਤੇ ਦੋਸਤੋ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਉੱਪਰ ਦੱਸੀਆਂ ਨੇ ਦੋਸਤੋ, ਇਹ ਤੁਹਾਡੇ ਖੇਤਰ ਦੇ ਅੰਦਰ ਆ ਜਾਂਦੀਆਂ ਨੇ। ਜੇਕਰ ਦੋਸਤੋ ਤੁਸੀਂ ਆਪਣੇ ਖੇਤਰ ਤੋਂ ਬਾਹਰ ਨਿਕਲੋਗੇ ਤਾਂ ਦੋਸਤੋ ਹੋ ਸਕਦਾ ਜਿਹੜੀ ਤੁਹਾਡੀ ਨਿੱਜੀ ਆਜ਼ਾਦੀ ਆ ਉਹ ਦੂਸਰੇ ਲੋਕਾਂ ਦੀ ਆਜ਼ਾਦੀ ਦੁਆਰਾ ਸੀਮਿਤ ਹੋ ਜਾਂਦੀ ਆ। ਦੋਸਤੋ ਹੁਣ ਮੰਨੋ ਕਿ ਤੁਹਾਡੇ ਦਿਲ ਨੇ ਕਿਹਾ ਕਿ ਰਾਤ ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਆਪਣੀ ਗਿਟਾਰ ਦੀ ਪ੍ਰੈਕਟਿਸ ਕਰੀਏ, ਤਾਂ ਦੋਸਤੋ ਇਸ ਤਰ੍ਹਾਂ ਕਰਨ ਲਈ ਜੇ ਅਸੀਂ ਕਿਸੇ ਪਹਾੜ ਤੇ ਚਲੇ ਜਾਈਏ ਤਾਂ ਅਸੀਂ ਜਿਸ ਤਰ੍ਹਾਂ ਚਾਹੀਏ ਉਸ ਤਰ੍ਹਾਂ ਕਰ ਸਕਦੇ ਹਾਂ। ਪਰੰਤੂ ਦੋਸਤੋ ਇਹੀ ਕੰਮ ਅਸੀਂ ਗਲੀਆਂ ਵਿੱਚ ਕਰਨ ਲੱਗੀਏ ਤਾਂ ਜਿਹੜੇ ਸਾਡੇ ਪੜੋਸੀ ਨੇ ਸਾਨੂੰ ਕਹਿਣਗੇ ਕਿ ਗਿਟਾਰ ਵਜਾਉਣ ਦੀ ਸਾਡੀ ਆਜ਼ਾਦੀ ਉਹਨਾਂ ਦੀ ਆਰਾਮ ਨਾਲ ਸੌਣ ਦੀ ਆਜ਼ਾਦੀ ਵਿੱਚ ਇੰਟਰਫੇਅਰ ਨਹੀਂ ਬਣਨੀ ਚਾਹੀਦੀ। ਤੇ ਦੋਸਤੋ ਇਸ ਤਰ੍ਹਾਂ ਦੇਖੋ, ਜੇਕਰ ਉਹ ਗਿਟਾਰ ਵਜਾਉਣਗੇ ਤਾਂ ਜਿਹੜੇ ਪੜੋਸੀ ਨੇ ਉਹਨਾਂ ਨੂੰ ਦਿੱਕਤ ਆਵੇਗੀ ਤੇ ਜਿਹੜੀ ਉਹਨਾਂ ਦੀ ਆਜ਼ਾਦੀ ਹੈ ਕਿ ਉਹ ਆਰਾਮ ਨਾਲ ਸੋ ਸਕਦੇ ਨੇ, ਠੀਕ ਹੈ ਜੀ, ਉਹ ਉਹਨਾਂ ਦੇ ਆਜ਼ਾਦੀ ਵਿੱਚ ਇੰਟਰਫੇਅਰ ਕਰੂਗਾ। ਠੀਕ ਹੈ ਜੀ, ਜਿਵੇਂ ਕਿ ਗਿਟਾਰ ਵਜਾ ਕੇ। ਤੇ ਦੋਸਤੋ ਇਸ ਤਰ੍ਹਾਂ ਹੁਣ ਦੇਖੋ ਦੋਨਾਂ ਦੀ ਆਜ਼ਾਦੀ ਹੈਗੀ ਆ, ਪਰ ਦੋਸਤੋ ਇੱਕ ਦੀ ਆਜ਼ਾਦੀ ਕਰਕੇ ਦੂਸਰੇ ਦੀ ਆਜ਼ਾਦੀ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਤੇ ਦੋਸਤੋ ਹੁਣ ਜਿਹੜਾ ਰਾਈਟਰ ਆ ਉਹ ਦੱਸਦਾ ਕਿ ਇੱਕ ਸਵੇਰ ਮੈਂ ਕਿਸੇ ਪਿੰਡੂ ਸਟੇਸ਼ਨ ਤੋਂ ਰੇਲ ਗੱਡੀ ਵਿੱਚ ਸਵਾਰ ਹੋ ਗਿਆ ਅਤੇ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਤੇ ਦੋਸਤੋ ਜਿਹੜੀ ਇਹ ਯਾਤਰਾ ਸੀਗੀ ਇਹ 1 ਘੰਟੇ ਦੀ ਸੀਗੀ, ਇਸ ਲਈ ਉਸਨੇ ਸੋਚਿਆ ਕਿਉਂ ਨਾ ਮੈਂ ਜਦੋਂ ਤੱਕ ਇੱਕ ਬੁੱਕ ਪੜ੍ਹਾਂ, ਯਾਨੀ ਕਿ ਇੱਕ ਬੁੱਕ ਸੀਗੀ ਸੰਸਦ ਦੀ ਰਿਪੋਰਟ ਤੇ ਲਿਖੀ ਇੱਕ ਪੁਸਤਕ ਸੀਗੀ, ਉਸਨੇ ਪੜ੍ਹਨ ਲਈ ਬੈਠ ਗਿਆ। ਤੇ ਦੋਸਤੋ ਜਿਹੜਾ ਰਾਈਟਰ ਆ ਉਹ ਆਪਣੇ ਮਨ ਦੇ ਵਿੱਚ ਸੋਚ ਰਿਹਾ ਸੀਗਾ ਕਿ ਜਿਹੜੀ ਇਹ ਪੁਸਤਕ ਆ ਉਹ ਮੈਂ ਮਨੋਰੰਜਨ ਲਈ ਨਹੀਂ ਪੜ੍ਹ ਰਿਹਾ। ਸੱਚ ਗੱਲ ਤਾਂ ਇਹ ਹੈ ਕਿ ਮੈਂ ਕਦੇ ਵੀ ਜਿਹੜੀਆਂ ਬੁੱਕਸ ਨੇ ਉਹਨੂੰ ਮਨੋਰੰਜਨ ਲਈ ਨਹੀਂ ਪੜ੍ਹਦਾ, ਮੈਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਪੜ੍ਹਦਾ ਹਾਂ ਜਿਸ ਤਰ੍ਹਾਂ ਕੋਈ ਵਕੀਲ ਕਿਸੇ ਵਿਸ਼ੇ ਦਾ ਸਾਰ ਨੂੰ ਪੜ੍ਹਦਾ ਹੈ, ਤਾਂ ਕਿ ਦੋਸਤੋ ਉਸ ਵਿੱਚੋਂ ਕੋਈ ਇਮਾਨਦਾਰੀ ਦੀ ਕਮਾਈ ਕੀਤੀ ਜਾ ਸਕੇ। ਤੇ ਦੋਸਤੋ ਹੁਣ ਤੁਸੀਂ ਅਗਰ ਕਿਸੇ ਪੁਸਤਕ ਨੂੰ, ਜੇਕਰ ਤੁਸੀਂ ਦੋਸਤੋ ਕਿਸੇ ਪੁਸਤਕ ਨੂੰ ਮਨੋਰੰਜਨ ਲਈ ਪੜ੍ਹੋਗੇ ਤਾਂ ਇਸ ਗੱਲ ਦਾ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਆਸ-ਪਾਸ ਕੀ ਹੋ ਰਿਹਾ ਹੈ। ਤੇ ਜਿਹੜਾ ਰਾਈਟਰ ਆ ਉਹ ਕਹਿੰਦਾ ਕਿ ਮੇਰੇ ਵਿਚਾਰ ਵਿੱਚ ਮੈਂ ਕਿਸੇ ਅਸਲ ਵਿੱਚ ਹੀ ਚੰਗੇ ਨਾਵਲ ਨੂੰ ਇੱਕ ਭੁਚਾਲ ਦੀ ਸਥਿਤੀ ਵਿੱਚ ਵੀ ਦੌਰਾਨ ਪੜ੍ਹ ਸਕਦਾ ਹਾਂ। ਯਾਨੀ ਕਿ ਦੋਸਤੋ ਜਿਹੜਾ ਰਾਈਟਰ ਆ ਉਹ ਕਹਿੰਦਾ ਕਿ ਮੈਂ ਕਿਸੇ ਚੰਗੇ ਨਾਵਲ ਯਾਨੀ ਕਿ ਇੱਕ ਚੰਗੀ ਪੁਸਤਕ ਨੂੰ ਵੀ ਭੁਚਾਲ, ਜਦੋਂ ਕੋਈ ਭੁਚਾਲ ਆ ਗਿਆ ਤਾਂ ਉਸ ਦੌਰਾਨ ਵੀ ਮੈਂ ਇੱਕ ਚੰਗੇ ਨਾਵਲ ਯਾਨੀ ਕਿ ਚੰਗੇ ਪੁਸਤਕ ਨੂੰ ਪੜ੍ਹ ਸਕਦਾ ਹਾਂ। ਤੇ ਦੋਸਤੋ ਜਿਹੜਾ ਰਾਈਟਰ ਆ ਉਹ ਕਹਿੰਦਾ ਕਿ ਜੇਕਰ ਤੁਸੀਂ ਦੋਸਤੋ ਕੋਈ ਪੁਸਤਕ ਕਿਸੇ ਗੰਭੀਰ ਕੰਮ ਲਈ ਪੜ੍ਹ ਰਹੇ ਹੋਵੇ ਤਾਂ ਤੁਹਾਨੂੰ ਢੁਕਵੇਂ ਅਤੇ ਸ਼ਾਂਤ ਵਾਤਾਵਰਣ ਦੀ ਲੋੜ ਹੁੰਦੀ ਹੈ, ਜੋ ਕਿ ਮੈਨੂੰ ਗੱਡੀ ਵਿੱਚ ਪ੍ਰਾਪਤ ਨਹੀਂ ਹੋ ਸਕਿਆ। ਯਾਨੀ ਕਿ ਦੋਸਤੋ ਤੁਹਾਨੂੰ ਪਤਾ ਹੀ ਹੋਣਾ ਕਿ ਜਿਹੜਾ ਰਾਈਟਰ ਆ ਉਹ ਹਜੇ ਰੇਲ ਗੱਡੀ ਦੇ ਵਿੱਚ ਬੈਠਿਆ ਹੋਇਆ ਵਾ ਤੇ ਉਹ ਇੱਕ ਪੁਸਤਕ ਪੜ੍ਹ ਰਿਹਾ ਵਾ ਜੋ ਕਿ ਉਸ ਨੂੰ ਇੱਕ ਸ਼ਾਂਤ ਵਾਤਾਵਰਣ ਪ੍ਰਾਪਤ ਨਹੀਂ ਹੋ ਸਕਿਆ, ਕਿਉਂਕਿ ਉਹ ਇੱਕ ਪੁਸਤਕ ਪੜ੍ਹ ਰਿਹਾ ਵਾ ਜਿਹੜੀ ਰੇਲ ਗੱਡੀ ਆ ਉਸ ਦੇ ਵਿੱਚ ਕਾਫੀ ਸ਼ੋਰ ਸ਼ਰਾਬਾ ਹੋ ਰਿਹਾ ਵਾ। ਕਿਉਂਕਿ ਦੋਸਤੋ ਅਗਲੇ ਸਟੇਸ਼ਨ ਤੇ 2 ਵਿਅਕਤੀ ਡੱਬੇ ਵਿੱਚ ਆ ਕੇ ਸਵਾਰ ਹੋ ਗਏ। ਉਹਨਾਂ ਵਿੱਚੋਂ ਇੱਕ ਵਿਅਕਤੀ ਪੂਰੀ ਬਾਕੀ ਯਾਤਰਾ ਦੌਰਾਨ ਯਾਨੀ ਕਿ ਪੂਰੇ ਸਮੇਂ ਜਦੋਂ ਤੱਕ ਯਾਤਰਾ ਖਤਮ ਨਹੀਂ ਹੋਈ ਆਪਣੇ ਮਿੱਤਰ ਨਾਲ ਗੱਪਾਂ ਮਾਰਦਾ ਰਿਹਾ। ਉਹ ਵੀ ਹੌਲੀ ਹੌਲੀ ਨਹੀਂ ਦੋਸਤੋ, ਬਹੁਤ ਹੀ ਤੇਜ਼ ਬੋਲ ਰਿਹਾ ਸੀਗਾ। ਠੀਕ ਹੈ ਦੋਸਤੋ, ਇਸ ਤਰ੍ਹਾਂ ਕਿਤੇ ਜਾਣ ਤੇ ਦੋਸਤੋ ਉੱਥੇ ਜਿਹੜੇ ਲੋਕ ਨੇ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਸੀਗੇ। ਤੇ ਦੋਸਤੋ ਰਾਈਟਰ ਨੇ ਸੋਚਿਆ ਕਿ ਮੈਂ ਉਸ ਵਿਅਕਤੀ ਨੂੰ ਥੋੜਾ ਹੌਲੀ ਬੋਲਣ ਲਈ ਕਿਹਾ ਹੁੰਦਾ ਤਾਂ ਮੈਂ ਕਹਿ ਸਕਦਾ ਸੀਗਾ, ਪਰ ਜਿਹੜਾ ਰਾਈਟਰ ਆ ਉਸਨੇ ਇਹ ਗੱਲ ਕਹੀ ਨਹੀਂ ਕਿ ਤੂੰ ਬਈ ਹੌਲੀ ਬੋਲ, ਕਿਉਂਕਿ ਦੋਸਤੋ ਜਿਹੜਾ ਦੂਸਰਾ ਵਿਅਕਤੀ ਸੀਗਾ ਉਸਨੇ ਸੋਚ ਲੈਣਾ ਸੀਗਾ ਕਿ ਜਿਹੜਾ ਰਾਈਟਰ ਆ ਉਹ ਇੱਕ ਗੁਸਤਾਖ ਆਦਮੀ ਆ। ਠੀਕ ਹੈ ਦੋਸਤੋ, ਉਸ ਤੋਂ ਬਾਅਦ ਦੋਸਤੋ ਕੀ ਹੋਇਆ, ਜਿਹੜਾ ਰਾਈਟਰ ਆ ਉਹ ਆਪਣੇ ਦਿਮਾਗ ਦੇ ਵਿੱਚ ਇਹ ਸੋਚਣ ਲੱਗ ਗਿਆ ਕਿ ਜਿਹੜਾ ਦੂਸਰਾ ਵਿਅਕਤੀ ਆ ਉਸਦੇ ਦਿਮਾਗ ਵਿੱਚ ਇਹ ਗੱਲ ਬਿਲਕੁਲ ਕਿਉਂ ਨਹੀਂ ਆ ਰਹੀ ਕਿ ਉਸਦੀਆਂ ਗੱਲਾਂ ਸੁਣਨ ਤੋਂ ਜਿਹੜੇ ਦੂਸਰੇ ਵਿਅਕਤੀ ਨੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਆ। ਠੀਕ ਹੈ ਜੀ, ਉਹਨਾਂ ਨੂੰ ਕੋਈ ਹੋਰ ਕੰਮ ਵੀ
ਹੋ ਸਕਦਾ ਵਾ। ਤੇ ਦੋਸਤੋ ਉਸ ਤੋਂ ਬਾਅਦ ਜਿਹੜਾ ਰਾਈਟਰ ਆ ਉਸ ਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਸੀਗਾ ਕਿ ਜਦੋਂ ਜਿਹੜਾ ਉੱਚੀ ਉੱਚੀ ਜਿਹੜਾ ਵਿਅਕਤੀ ਬੋਲ ਰਿਹਾ ਸੀਗਾ, ਜਦੋਂ ਉਹ ਯਾਤਰਾ ਜਦੋਂ ਖਤਮ ਹੋਊਗੀ ਉਸ ਤੋਂ ਬਾਅਦ ਜਦੋਂ ਉਤਰੂਗਾ ਤਾਂ ਉਹ ਸੋਚੂਗਾ ਕਿ ਉਸਨੇ ਇੱਕ ਆਨੰਦ ਲਿਆ, ਯਾਨੀ ਕਿ ਇੱਕ ਬਹੁਤ ਹੀ ਗਿਆਨਦਾਇਕ ਯਾਤਰਾ ਦਾ ਆਨੰਦ ਲਿਆ। ਉਹ ਧੰਨਵਾਦ ਕਰੂਗਾ ਸਾਰਿਆਂ ਲੋਕਾਂ ਦਾ, ਠੀਕ ਹੈ ਜੀ, ਅਤੇ ਉਹ ਬਹੁਤ ਹੀ ਆਪਣੇ ਮਨ ਦੇ ਅੰਦਰ ਖੁਸ਼ ਹੋਊਗਾ ਕਿ ਉਸਦਾ ਗਿਆਨ ਕਿੰਨਾ ਵਿਸ਼ਾਲ ਹੈ। ਤੇ ਦੋਸਤੋ ਜਿਹੜਾ ਇਹ ਵਿਅਕਤੀ ਆ, ਜ਼ਰੂਰੀ ਇਹ ਨਹੀਂ ਕਿ ਉਹ ਆਪਣੇ ਦਿਲ ਦਾ ਚੰਗਾ ਨਾ ਹੋਵੇ, ਹੋ ਸਕਦਾ ਕਿ ਉਹ ਦਿਲ ਦਾ ਚੰਗਾ ਹੋਵੇ, ਪਰ ਦੋਸਤੋ ਜਿਸ ਗੱਲ ਦੀ ਉਸ ਵਿੱਚ ਖਰਾਬੀ ਸੀ ਉਹ ਸੀਗੀ ਕਿ ਉਸਦੇ ਵਿੱਚ ਸਮਾਜਿਕ ਬੁੱਧੀ ਨਹੀਂ ਸੀ, ਯਾਨੀ ਕਿ ਕਿਸੇ ਸੰਗਤ ਵਿੱਚ ਬੈਠਣ ਦੀ ਬੁੱਧੀ ਨਹੀਂ ਸੀਗੀ ਉਸਦੇ ਕੋਲ। ਦੇਖੋ ਭਾਵੇਂ ਉਹ ਆਪਣੇ ਦਿਲ ਦਾ ਚੰਗਾ ਹੋ ਸਕਦਾ, ਪਰ ਉਸਦੇ ਕੋਲ ਬੋਲਣ, ਯਾਨੀ ਕਿ ਉਸਨੂੰ ਕਿਸ ਟਾਈਮ ਕਿਵੇਂ ਬੋਲਣਾ, ਕਿਸ ਮਾਹੌਲ ਦੇ ਵਿੱਚ ਬੋਲਣਾ, ਠੀਕ ਹੈ ਜੀ, ਉਸਨੂੰ ਇਸ ਬਾਰੇ ਨਹੀਂ ਪਤਾ। ਤੇ ਦੋਸਤੋ ਇਸੇ ਕਰਕੇ ਜਿਹੜਾ ਰਾਈਟਰ ਆ ਉਹ ਲਿਖਦਾ ਕਿ ਦੂਸਰਿਆਂ ਦੇ ਅਧਿਕਾਰਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਦੇ ਪ੍ਰਤੀ ਉਚਿਤ ਧਿਆਨ ਰੱਖਣਾ ਸਮਾਜਿਕ ਵਿਵਹਾਰ ਦੀ ਨੀਂਹ ਹੁੰਦੀ ਹੈ। ਯਾਨੀ ਕਿ ਦੋਸਤੋ ਜਿਹੜੇ ਦੂਸਰੇ ਦੇ ਜਿਹੜੇ ਲੋਕ ਨੇ, ਠੀਕ ਹੈ ਜੀ, ਉਹਨਾਂ ਦੇ ਅਧਿਕਾਰ ਅਤੇ ਉਹਨਾਂ ਦੀਆਂ ਜਿਹੜੀ ਭਾਵਨਾਵਾਂ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਯਾਨੀ ਕਿ ਦੇਖੋ ਦੋਸਤੋ ਇੱਥੇ ਜਿਹੜੀ ਆਪਣਾ ਰਾਈਟਰ ਸੀਗਾ ਉੱਥੇ ਇਤੀ ਭਾਵਨਾ ਸੀਗੀ ਕਿ ਉਹ ਆਰਾਮ ਨਾਲ ਇੱਕ ਪੁਸਤਕ ਪੜ੍ਹੇ, ਠੀਕ ਹੈ ਜੀ, ਅਤੇ ਸ਼ੋਰ ਸ਼ਰਾਬਾ ਨਾ ਹੋਵੇ, ਜਿਸ ਨਾਲ ਕਈ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਸੀਗੀ ਸ਼ੋਰ ਸ਼ਰਾਬੇ ਨਾਲ। ਤੇ ਦੋਸਤੋ ਇਸ ਤਰ੍ਹਾਂ ਜਿਹੜਾ ਵਿਅਕਤੀ ਆ ਜਿਹੜਾ ਉੱਚੀ ਉੱਚੀ ਬੋਲ ਰਿਹਾ ਸੀਗਾ ਉਸਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ, ਠੀਕ ਹੈ ਜੀ, ਜਿਹੜੇ ਵਿਅਕਤੀ ਨੇ ਦੂਸਰੇ ਹੋਰ ਉਹ ਵੀ ਆਪਣਾ ਕੋਈ ਕੰਮ ਕਰ ਲੈਣ, ਠੀਕ ਹੈ ਜੀ, ਅਤੇ ਜਿਹੜਾ ਇੱਕ ਵਿਅਕਤੀ ਆ ਉਹ ਜ਼ੋਰ-ਜ਼ੋਰ ਤੋਂ ਬੋਲ ਰਿਹਾ ਵਾ, ਜਿਸ ਤਰ੍ਹਾਂ ਦੋਸਤੋ ਕਈ ਵਿਅਕਤੀ ਨੇ ਆਪਣਾ ਕੰਮ ਨਹੀਂ ਕਰ ਪਾ ਰਹੇ, ਜਿਵੇਂ ਕਿ ਰਾਈਟਰ ਉਹ ਆਪਣੀ ਪੁਸਤਕ ਨਹੀਂ ਪੜ੍ਹ ਰਿਹਾ ਸੀਗਾ ਤੇ ਹੋਰਾਂ ਲੋਕਾਂ ਨੂੰ ਵੀ ਕਈ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ। ਤੇ ਦੋਸਤੋ ਹੁਣ ਜਿਹੜਾ ਰਾਈਟਰ ਆ ਉਹ ਸਾਨੂੰ ਦੱਸਦਾ ਕਿ ਆਓ ਗਿਟਾਰ ਵਾਲੇ ਉਦਾਹਰਨ ਨੂੰ ਅਸੀਂ ਇੱਕ ਵਾਰ ਫਿਰ ਤੋਂ ਲੈਂਦੇ ਹਾਂ। ਯਾਨੀ ਕਿ ਜਿਹੜੀ ਗਿਟਾਰ ਵਾਲੀ ਉਦਾਹਰਨ ਮੈਂ ਤੁਹਾਨੂੰ ਕੁਝ ਦੇਰ ਪਹਿਲਾਂ ਦੱਸੀ ਸੀਗੀ, ਠੀਕ ਹੈ ਜੀ, ਉਹ ਕਹਿੰਦਾ ਕਿ ਆਪਾਂ ਦੁਬਾਰਾ ਤੋਂ ਉਸ ਉਦਾਹਰਨ ਨੂੰ ਲੈਂਦੇ ਹਾਂ। ਤੇ ਦੋਸਤੋ ਹੁਣ ਇੱਥੇ ਰਾਈਟਰ ਆ ਜਿਹੜਾ ਉਹ ਦੱਸਦਾ ਕਿ ਜਿਹੜਾ ਕੋਈ ਵੀ ਵਿਅਕਤੀ ਆ ਉਹ ਇਸ ਨੂੰ ਗਿਟਾਰ ਨੂੰ ਵਜਾਉਣਾ ਅਤੇ ਸਿੱਖਣਾ ਚਾਹੁੰਦਾ ਹੈ ਤਾਂ ਉਸ ਦਾ ਇਹ ਹੱਕ ਹੈ ਕਿ ਉਹ ਇਸ ਨੂੰ ਆਪਣੇ ਘਰ ਵਿੱਚ ਸਿੱਖੇ। ਦੋਸਤੋ ਇਸ ਤਰ੍ਹਾਂ ਜਦੋਂ ਆਪਾਂ ਗਿਟਾਰ ਵਜਾਵਾਂਗੇ ਜਾਂ ਸਿੱਖਾਂਗੇ ਤਾਂ ਜਿਹੜੇ ਪੜੋਸੀ ਨੇ ਉਹਨਾਂ ਨੂੰ ਸਿਰਦਰਦੀ ਮਹਿਸੂਸ ਹੋਵੇਗੀ। ਤੇ ਦੋਸਤੋ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿਹੜੇ ਪੜੋਸੀ ਨੇ ਉਹਨਾਂ ਦੀ ਜਿਹੜੀ ਸਿਰਦਰਦੀ ਆ ਉਹਨਾਂ ਨੂੰ ਘੱਟ ਕੀਤਾ ਜਾ ਸਕਦਾ। ਯਾਨੀ ਕਿ ਜਿਹੜਾ ਆਪਾਂ ਗਿਟਾਰ ਵਜਾਉਣਾ ਵਾ ਜਾਂ ਸਿੱਖਣਾ ਵਾ ਉਸ ਨੂੰ ਆਪਾਂ ਘਰ ਦੇ ਅਟਾਰੀ ਦੇ ਵਿੱਚ ਵਜਾਈਏ ਅਤੇ ਜਿਹੜੇ ਆਪਣੀ ਖਿੜਕੀਆਂ ਨੇ ਉਸ ਨੂੰ ਬੰਦ ਕਰ ਦਈਏ। ਤੇ ਦੋਸਤੋ ਸਾਨੂੰ ਕੋਈ ਵੀ ਅਧਿਕਾਰ ਨਹੀਂ ਹੈਗਾ ਕਿ ਅਸੀਂ ਜਿਹੜੇ ਆਪਣੇ ਗਿਟਾਰ ਨੂੰ ਸਿੱਖਣ ਲਈ ਜਾਂ ਵਜਾਉਣ ਲਈ ਕਿਸੇ ਅੱਗੇ ਵਾਲੇ ਕਮਰੇ ਵਿੱਚ ਵਜਾਈਏ ਅਤੇ ਖਿੜਕੀ ਖੋਲ ਦਈਏ, ਠੀਕ ਹੈ ਜੀ, ਅਤੇ ਜ਼ੋਰ-ਜ਼ੋਰ ਵਜਾਈਏ ਗਿਟਾਰ ਨੂੰ ਤਾਂ ਕਿ ਜਿਹੜੇ ਪੜੋਸੀ ਨੇ ਉਹਨਾਂ ਨੂੰ ਦਿੱਕਤ ਆਵੇ। ਇਸ ਤਰ੍ਹਾਂ ਦੀ ਸਾਨੂੰ ਕੋਈ ਵੀ ਆਜ਼ਾਦੀ ਜਾਂ ਅਧਿਕਾਰ ਸਾਨੂੰ ਨਹੀਂ ਹੈਗਾ ਜਿਸ ਨਾਲ ਅਸੀਂ ਦੂਸਰੇ ਦੇ ਲੋਕਾਂ ਨੂੰ ਜਾਂ ਦੂਸਰੇ ਜਿਹੜੇ ਪੜੋਸੀ ਨੇ ਕਿਸੇ ਨੂੰ ਵੀ ਆਪਾਂ ਉਹਨਾਂ ਦੇ ਅਧਿਕਾਰ, ਉਹਨਾਂ ਦੀ ਆਜ਼ਾਦੀ ਦੇ ਵਿੱਚ ਕੁਝ ਇੰਟਰਫੇਅਰ ਕਰੀਏ। ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਆਜ਼ਾਦੀ ਜਾਂ ਅਧਿਕਾਰ ਨਹੀਂ ਹੈ। ਤੇ ਦੋਸਤੋ ਕੀ ਪਤਾ ਹੋ ਸਕਦਾ ਜਿਹੜੇ ਤੁਹਾਡੇ ਪੜੋਸੀ ਨੇ ਉਹ ਐਤਵਾਰ ਦਾ ਤੀਸਰਾ ਹਫਤਾ ਬਿਨਾਂ ਕਿਸੇ ਖਲਲ ਯਾਨੀ ਕਿ ਬਿਨਾਂ ਕਿਸੇ ਦਿੱਕਤ ਦੇ ਨਾਲ ਬਹੁਤ ਹੀ ਆਰਾਮ ਨਾਲ ਉਹ ਬਿਤਾਉਣਾ ਚਾਹੁੰਦੇ ਹਨ, ਠੀਕ ਹੈ ਦੋਸਤੋ, ਅਤੇ ਉਹਨਾਂ ਦੀ ਸ਼ਾਂਤੀ ਵਿੱਚ ਜਾਣਬੁੱਝ ਕੇ ਇੰਟਰਫੇਅਰ ਪਾਉਣਾ ਉਨੀ ਹੀ ਵੱਡੀ ਗੁਸਤਾਖੀ ਹੋਵੇਗੀ ਜਿੰਨੀ ਕਿ ਉਹਨਾਂ ਦੇ ਬਾਗ ਵਿੱਚ ਬਿਨਾਂ ਇਜਾਜ਼ਤ ਘੁਸਣਾ ਅਤੇ ਉਹਨਾਂ ਦੇ ਫੁੱਲਾਂ ਦੀਆਂ ਕਿਆਰੀਆਂ ਨੂੰ ਆਪਣੇ ਪੈਰਾਂ ਹੇਠਾਂ ਰੋਂਦ ਦੇਣਾ। ਤੇ ਦੋਸਤੋ ਜਿਹੜਾ ਰਾਈਟਰ ਹੈ ਉਹ ਦੱਸਦਾ ਕਿ ਮੇਰਾ ਇੱਕ ਪਿਆਰਾ ਪੁਰਾਣਾ ਮਿੱਤਰ ਸੀ ਜਿਸ ਦਾ ਨਾਮ ਸੀਗਾ ਮਿਸਟਰ ਐਕਸ, ਠੀਕ ਹੈ ਜੀ, ਉਹ ਬੈਸਟ ਐਂਡ ਸਿਕਿਉਰ ਵਿੱਚ ਰਹਿੰਦਾ ਸੀਗਾ ਅਤੇ ਉਹ ਉਸਦਾ ਜਿਹੜਾ ਸੁਭਾਅ ਸੀਗਾ ਉਸਦਾ ਚੰਗਾ ਸੁਭਾਅ ਸੀ ਅਤੇ ਗੁੱਸੇ ਵਾਲਾ ਵੀ ਸੀਗਾ, ਯਾਨੀ ਕਿ ਦੋਨੋਂ ਮਿਕਸਚਰ ਜਾਂ ਉਸਦਾ ਸੁਭਾਅ ਸੀਗਾ। ਉਹ ਬਹੁਤ ਹੀ ਜ਼ਿਆਦਾ ਕ੍ਰੋਧਿਤ ਹੋ ਉੱਠਦਾ ਜਦੋਂ ਉਸਨੂੰ ਗਲੀ ਵਿੱਚ ਕਿਸੇ ਪਿਆਨੋ ਦੀ ਵੱਜਣ ਦੀ ਆਵਾਜ਼ ਸੁਣਾਈ ਦਿੰਦੀ, ਠੀਕ ਹੈ ਦੋਸਤੋ। ਫਿਰ ਜਿਹੜਾ ਪਿਆਨੋ ਵਜਾਉਣ ਵਾਲਾ ਹੁੰਦਾ ਵਾ ਉਸ ਨੂੰ ਭਜਾਉਣ ਲਈ ਉਹ ਦੌੜ ਕੇ ਬਾਹਰ ਨਿਕਲ ਆਉਂਦਾ, ਠੀਕ ਹੈ, ਪਰੰਤੂ ਨਜ਼ਦੀਕ ਵਿੱਚ ਹੀ ਇੱਕ ਪ੍ਰਸਿੱਧ ਬੁੱਢੀ ਔਰਤ ਰਹਿੰਦੀ ਸੀਗੀ ਜਿਸ ਨੂੰ ਗਲੀ ਵਿੱਚ ਪਿਆਨੋ ਵਜਾਉਣ ਵਾਲੇ ਬਹੁਤ ਚੰਗੇ ਲੱਗਦੇ ਹਨ। ਦੋਸਤੋ ਇਸ ਨੂੰ ਇਸੇ ਤਰ੍ਹਾਂ ਇਹ ਪਿਆਨੋ ਵਜਾਉਣ ਵਾਲੇ ਇੰਨੇ ਚੰਗੇ ਲੱਗਦੇ ਹਨ ਜਿਵੇਂ ਕਿ ਇੱਕ ਮਿੱਠੀ ਚਟਨੀ ਤੇ ਉੱਪਰ ਭਰਿੰਡ ਖਿੱਚੀਆਂ ਆਉਂਦੀਆਂ ਹਨ, ਠੀਕ ਹੈ ਦੋਸਤੋ। ਇਸ ਹਾਲਤ ਵਿੱਚ ਦੋਸਤੋ ਕਿਸੇ ਦੀ ਆਜ਼ਾਦੀ ਨੂੰ ਦੂਸਰੇ ਦੇ ਸਾਹਮਣੇ ਚੁੱਕਣਾ ਚਾਹੀਦਾ। ਜਿੱਥੇ ਤੱਕ ਮੇਰਾ ਸੰਬੰਧ ਹੈ ਮੇਰੇ ਕੋਲ ਇਸ ਦਾ ਕੋਈ ਉੱਤਰ ਨਹੀਂ ਹੈ। ਤੇ ਦੋਸਤੋ ਹੁਣ ਦੇਖੋ ਇੱਥੇ ਜਿਹੜਾ ਮਿਸਟਰ ਐਕਸ ਹੈ ਉਸ ਨੂੰ ਪਿਆਨੋ ਸੁਣਨਾ ਪਸੰਦ ਨਹੀਂ, ਪਰ ਜਿਹੜੀ ਬੁੱਢੀ ਔਰਤ ਆ ਉਸ ਨੂੰ ਪਿਆਨੋ ਸੁਣਨਾ ਪਸੰਦ ਹੈ। ਤੇ ਹੁਣ ਦੋਨਾਂ ਕੋਲ ਆਜ਼ਾਦੀ ਹੈ ਕਿ ਉਹ ਮਤਲਬ ਸੁਣ ਵੀ ਸਕਦੇ ਨੇ ਨਹੀਂ ਵੀ ਸੁਣ ਸਕਦੇ ਆ। ਹੁਣ ਆਪਾਂ ਕਿਹਦੀ ਗੱਲ ਨੂੰ ਸਹਿਮਤ ਕਰੀਏ ਤਾਂ ਦੋਸਤੋ ਇੱਥੇ ਰਾਈਟਰ ਆ ਉਹ ਕਹਿੰਦਾ ਕਿ ਇਸ ਤਰ੍ਹਾਂ ਦੀ ਪਹਿਲੀ ਦਾ ਹੱਲ ਮੇਰੇ ਵਿਚਾਰ ਨਾਲ ਸ਼ੈਂਕੋ ਪੈਂਜਾ ਤੋਂ ਹੀ ਕਰਵਾਇਆ ਜਾਣਾ ਚਾਹੀਦਾ ਹੈ। ਯਾਨੀ ਕਿ ਇੱਕ ਮਹਾਪੁਰਸ਼ ਹੋਣਗੇ ਜਿਨ੍ਹਾਂ ਦਾ ਨਾਮ ਹੈਗਾ ਸ਼ੈਂਕੋ ਪੈਂਜਾ, ਉਹਨਾਂ ਤੋਂ ਹੀ ਜਿਹੜੀ ਆਹ ਪਹਿਲੀ ਆ ਇਸ ਦਾ ਹੱਲ ਉਹਨਾਂ ਤੋਂ ਹੀ ਕਰਵਾਇਆ ਜਾ ਸਕਦਾ। ਕਿਉਂਕਿ ਦੋਸਤੋ ਦੇਖੋ ਜਿਹੜੀ ਪਿਆਨੋ ਆ ਉਹ ਕਈਆਂ ਜਾਣਿਆਂ ਨੂੰ ਸੁਣਨੀ ਪਸੰਦ ਵੀ ਹੈ ਤੇ ਕਈਆਂ ਜਾਣਿਆਂ ਨੂੰ ਪਸੰਦ ਨਹੀਂ ਵੀ ਹੁੰਦੀ। ਤੇ ਦੋਸਤੋ ਇਸ ਤਰ੍ਹਾਂ ਹੁਣ ਆਪਾਂ ਕਿਸ ਦਾ ਪੱਖ ਲੈ ਸਕਦੇ ਹਾਂ ਦੋਸਤੋ ਇਹ ਡਿਸਾਈਡ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ।
ਤੇ ਦੋਸਤੋ ਜਿਹੜਾ ਰਾਈਟਰ ਆ ਉਹ ਕਹਿੰਦਾ ਕਿ ਮੇਰੇ ਵਿਚਾਰ ਵਿੱਚ ਹਕੀਕਤ ਇਹ ਹੈ ਕਿ ਇਸ ਕੰਪਲੈਕਸ ਵਰਲਡ ਵਿੱਚ ਅਸੀਂ ਨਾ ਤਾਂ ਪੂਰੀ ਤਰ੍ਹਾਂ ਨਾਲ ਨਿੱਜੀ ਹੋ ਸਕਦੇ ਹਾਂ, ਨਾ ਹੀ ਪੂਰੀ ਤਰ੍ਹਾਂ ਨਾਲ ਸਮਾਜਵਾਦੀ। ਸਾਨੂੰ ਇਹਨਾਂ ਦੋਨਾਂ ਦਾ ਇੱਕ ਸਮਝਦਾਰੀ ਵਾਲਾ ਮਿਸ਼ਰਣ ਬਣਨਾ ਹੋਵੇਗਾ। ਸਾਨੂੰ ਦੋਨਾਂ ਤਰ੍ਹਾਂ ਦੀਆਂ ਆਜ਼ਾਦੀਆਂ ਨੂੰ ਸੁਰੱਖਿਅਤ ਰੱਖਣਾ ਹੋਵੇਗਾ, ਆਪਣਾ ਨਿੱਜੀ ਆਜ਼ਾਦੀ ਵੀ ਅਤੇ ਆਪਣੀ ਜਿਹੜੀ ਸਮਾਜਿਕ ਆਜ਼ਾਦੀ ਆ ਉਹਨੂੰ ਵੀ। ਤੇ ਦੋਸਤੋ ਆਈ ਹੋਪ ਤੁਹਾਨੂੰ ਨਿੱਜੀ ਆਜ਼ਾਦੀ ਅਤੇ ਸਮਾਜਵਾਦੀ ਆਜ਼ਾਦੀ ਬਾਰੇ ਪਤਾ ਲੱਗ ਗਿਆ ਹੋਣਾ। ਨਿੱਜੀ ਆਜ਼ਾਦੀ ਹੁੰਦਾ ਵਾ ਕਿ ਆਪਾਂ ਆਪਣੇ ਬਾਰੇ ਸੋਚਦੇ ਹਾਂ ਕਿ ਆਪਾਂ ਕੀ ਕਰਨਾ, ਖਾਣਾ ਪੀਣਾ, ਰਹਿਣਾ ਸਹਿਣਾ, ਠੀਕ ਹੈ ਜੀ, ਕਿੱਥੇ ਜਾਣਾ, ਕੀ ਪਹਿਨਣਾ, ਠੀਕ ਹੈ ਜੀ, ਅੱਗੇ ਕੀ ਕਰਨਾ, ਕਰੀਅਰ ਵਿੱਚ ਕੀ ਕਰਨਾ, ਇਹ ਸਾਰਾ ਕੁਝ ਨਿੱਜੀ ਆਜ਼ਾਦੀ ਹੈ ਤੁਹਾਡੀ, ਠੀਕ ਹੈ ਜੀ, ਜੋ ਕਿ ਤੁਸੀਂ ਆਪਣੇ ਪਰਸਨਲ ਸੋਚਦੇ ਹੋ। ਇਸ ਦੇ ਵਿੱਚ ਕੋਈ ਵੀ ਤੁਹਾਡਾ ਇੰਟਰਫੇਅਰ ਨਹੀਂ ਕਰ ਸਕਦਾ ਅਦਰ ਪਰਸਨ, ਠੀਕ ਹੈ ਜੀ। ਅਤੇ ਜਿਹੜੀ ਸਮਾਜਵਾਦੀ ਆਜ਼ਾਦੀ ਆ ਦੋਸਤੋ, ਇਹ ਇਸ ਤਰ੍ਹਾਂ ਦੀ ਆਜ਼ਾਦੀ ਆ ਜਿਸ ਵਿੱਚ ਆਪਾਂ ਨਿੱਜੀ ਨੂੰ ਇਨਕਲੂਡ ਨਹੀਂ ਕਰ ਸਕਦੇ। ਯਾਨੀ ਕਿ ਦੋਸਤੋ ਇਹ ਇਸ ਤਰ੍ਹਾਂ ਦੀ ਆਜ਼ਾਦੀ ਆ ਜਿਸ ਦੇ ਵਿੱਚ ਆਪਾਂ ਦੂਸਰੇ ਦੇ ਯਾਨੀ ਕਿ ਦੂਸਰੇ ਨੂੰ ਆਪਾਂ ਤੰਗ ਨਹੀਂ ਕਰ ਸਕਦੇ। ਯਾਨੀ ਕਿ ਸਮਾਜ ਦੇ ਲੋਕਾਂ ਨੂੰ ਕੋਈ ਵੀ ਸਾਡੇ ਕਰਕੇ ਸਮਾਜ ਦੇ ਲੋਕਾਂ ਵਿੱਚ ਕੋਈ ਵੀ ਡਿੱਕਾ ਨਹੀਂ ਲੱਗਣਾ ਚਾਹੀਦਾ, ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਸਾਡੇ ਕਰਕੇ, ਠੀਕ ਹੈ ਜੀ। ਹੁਣ ਜਿਵੇਂ ਕਿ ਆਪਾਂ ਗਿਟਾਰ ਸਿੱਖਿਆ ਸੀਗਾ, ਪਿਛਲਾ ਐਗਜ਼ਾਮਪਲ ਦੇਖੋ, ਆਪਾਂ ਗਿਟਾਰ ਸਿੱਖ ਰਹੇ ਹਾਂ ਤੇ ਜ਼ੋਰ-ਜ਼ੋਰ ਤੋਂ ਗਿਟਾਰ ਵਜਾ ਰਹੇ ਹਾਂ, ਤਾਂ ਇਸ ਤਰ੍ਹਾਂ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਦਿੱਕਤ ਆਊਗੀ ਨਾ। ਤਾਂ ਦੋਸਤੋ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਠੀਕ ਹੈ ਜੀ। ਆਪਾਂ ਨੂੰ ਆਪਣਾ ਨਿੱਜੀ ਅਲੱਗ ਰੱਖਣਾ ਚਾਹੀਦਾ। ਤੇ ਜਿਹੜਾ ਸਮਾਜਵਾਦੀ ਆ, ਸਮਾਜਵਾਦੀ ਦੇ ਵਿੱਚ ਆਪਾਂ ਨੂੰ ਸਮਾਜ ਦੇ ਲੋਕਾਂ ਦੇ ਬਾਰੇ ਸੋਚ ਕੇ ਹੀ ਆਪਣਾ ਕੁਝ ਕਰਨਾ ਚਾਹੀਦਾ। ਐਵੇਂ ਨਹੀਂ ਕਿ ਆਪਾਂ ਉਹਨਾਂ ਦੇ ਖਿਲਾਫ ਹੋ ਜਾਈਏ ਤੇ ਉਹਨਾਂ ਦੇ ਜਿਹੜੀ ਉਹਨਾਂ ਨੂੰ ਆਜ਼ਾਦੀ ਮਿਲੀ ਆ ਉਹਨਾਂ ਦੀ ਆਜ਼ਾਦੀ ਨੂੰ ਆਪਾਂ ਆਪਣੀ ਆਜ਼ਾਦੀ ਦੇ ਵਿੱਚ ਇਨਕਲੂਡ ਕਰੀਏ, ਇਸ ਤਰ੍ਹਾਂ ਨਹੀਂ ਹੋ ਸਕਦਾ, ਠੀਕ ਹੈ। ਆਪਾਂ ਨੂੰ ਸਮਾਜ ਦੀ ਭਲਾਈ ਅਤੇ ਸਮਾਜ ਦੇ ਬਾਰੇ ਸੋਚ ਕੇ ਹੀ ਉਹਨਾਂ ਦੀ ਆਜ਼ਾਦੀ ਬਾਰੇ ਕੋਈ ਵੀ ਕੰਮ ਕਰਨਾ ਚਾਹੀਦਾ ਸਮਾਜੀ ਆਜ਼ਾਦੀ ਵਿੱਚ। ਤੇ ਦੋਸਤੋ ਇਸ ਵਿੱਚ ਰਾਈਟਰ ਨੇ ਵੀ ਇੱਕ ਨਿੱਜੀ ਅਤੇ ਸਮਾਜ ਦੀ ਆਜ਼ਾਦੀ ਬਾਰੇ ਦੱਸਿਆ ਵਾ। ਉਸਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਦੇਵਾਂਗਾ ਕਿ ਉਹ ਇਸ ਗੱਲ ਦਾ ਫੈਸਲਾ ਕਰੇ ਕਿ ਮੇਰੇ ਬੱਚੇ ਨੂੰ ਇਸ ਸਕੂਲ ਵਿੱਚ ਜਾਣਾ ਹੋਵੇਗਾ, ਠੀਕ ਹੈ ਜੀ, ਜਾਂ ਉਸ ਸਕੂਲ ਵਿੱਚ ਉਹਨੇ ਕੀ ਰੱਖਣਾ ਹੋਵੇਗਾ, ਵਿਗਿਆਨ ਰੱਖਣਾ ਹੋਵੇਗਾ, ਆਰਟਸ ਰੱਖਣੀ ਹੈ, ਜਾਂ ਕ੍ਰਿਕਟ ਖੇਡਣਾ ਵਾ, ਜਾਂ ਫੁੱਟਬਾਲ ਖੇਡਣਾ ਵਾ। ਇਹ ਗੱਲ ਦੋਸਤੋ ਨਿੱਜੀ ਹਨ, ਪਰੰਤੂ ਦੋਸਤੋ ਮੈਂ ਇਹ ਕਹਿਣ ਲੱਗਾ ਹਾਂ ਕਿ ਮੇਰੇ ਬੱਚੇ ਨੂੰ ਕੋਈ ਸਿੱਖਿਆ ਨਹੀਂ ਦਿੱਤੀ ਜਾਵੇ, ਉਸ ਦਾ ਪਾਲਣ ਪੋਸ਼ਣ ਇੱਕ ਅਸਭਿਆ ਜੰਗਲੀ ਵਾਂਗ ਕੀਤਾ ਜਾਵੇ ਅਤੇ ਦੋਸਤੋ ਉਸ ਨੂੰ ਮਿਸਟਰ ਫਾਗਿਨ ਦੀ ਅਕੈਡਮੀ ਦੇ ਵਿੱਚ ਜੇਬ ਕੱਟਣ ਦੀ ਯਾਨੀ ਕਿ ਚੋਰੀ ਕਰਨ ਦੀ ਸਿਖਲਾਈ ਦਿੱਤੀ ਜਾਵੇ। ਤੇ ਦੋਸਤੋ ਇਸ ਤਰ੍ਹਾਂ ਜਿਹੜਾ ਸਮਾਜ ਹੋਵੇਗਾ ਉਸ ਨੂੰ ਬੜੀ ਹੀ ਦ੍ਰਿੜਤਾ ਨਾਲ ਮੈਨੂੰ ਦੱਸੇਗਾ ਕਿ ਇਸ ਨੂੰ ਜੰਗਲੀ ਕਿਸਮ ਦੇ ਲੋਕਾਂ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਨੂੰ ਜੇਬ ਕੱਟਣ ਵਾਲਿਆਂ ਦੇ ਸੰਬੰਧ ਵਿੱਚ ਸਖਤ ਆਪੱਤੀ ਹੋਣੀ ਚਾਹੀਦੀ ਹੈ, ਠੀਕ ਹੈ ਦੋਸਤੋ। ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਮੈਂ ਆਪਣੇ ਗੁਆਂਢੀਆਂ ਲਈ ਸਿਰਦਰਦੀ ਬਣਾ ਜਾਂ ਫਿਰ ਆਪਣੇ ਬੱਚੇ ਨੂੰ ਸਮਾਜ ਦੇ ਲਈ ਇੱਕ ਖਤਰਾ ਬਣਾਵਾਂ। ਤੇ ਦੋਸਤੋ ਜਿਹੜਾ ਰਾਈਟਰ ਆ ਹੁਣ ਇੱਥੇ ਆਪਣੀ ਆਖਰੀ ਗੱਲ ਕਹੂਗਾ ਅਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਚੈਪਟਰ ਆ ਉਹ ਖਤਮ ਹੋ ਜਾਊਗਾ। ਤੇ ਦੋਸਤੋ ਰਾਈਟਰ ਕਹਿੰਦਾ ਵਾ ਕਿ ਸਧਾਰਨ ਵਿਵਹਾਰ ਦੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਹੁੰਦੀਆਂ ਹਨ, ਜਿਵੇਂ ਸੜਕ ਦੇ ਨਿਯਮ ਦਾ ਪਾਲਣ ਕਰਨਾ, ਜਿਨ੍ਹਾਂ ਦੁਆਰਾ ਅਸੀਂ ਆਪਣੇ ਆਪ ਨੂੰ ਜਾਂਚ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਅਸੀਂ ਸੱਭਿਅ ਹਾਂ ਜਾਂ ਫਿਰ ਅਸੱਭਿਅ ਹਾਂ। ਬਹਾਦਰੀ ਦੇ ਮੌਕੇ ਕਦੀ-ਕਦੀ ਹੀ ਆਉਂਦੇ ਆ। ਇਹ ਸਧਾਰਨ ਆਪਸੀ ਵਿਵਹਾਰ ਹੀ ਹੈ ਜੋ ਛੋਟੀਆਂ-ਛੋਟੀਆਂ ਗੱਲਾਂ ਹੀ ਹੁੰਦੀਆਂ ਹਨ ਜੋ ਜੀਵਨ ਵਿੱਚ ਮਹੱਤਵ ਰੱਖਦੀਆਂ ਹਨ, ਜੀਵਨ ਰੂਪੀ ਸਫ਼ਰ ਨੂੰ ਮਿੱਠਾ ਜਾਂ ਕੌੜਾ ਬਣਾਉਂਦੀਆਂ ਹਨ। ਮੈਨੂੰ ਆਸ ਹੈ ਕਿ ਰੇਲ ਦੇ ਡਿੱਬੇ ਵਾਲਾ ਮੇਰਾ ਮਿੱਤਰ ਇਸ ਗੱਲ ਤੇ ਵਿਚਾਰ ਕਰੇਗਾ। ਤੇ ਦੋਸਤੋ ਇਹ ਸੀਗਾ ਤੁਹਾਡਾ ਚੈਪਟਰ, ਠੀਕ ਹੈ ਜੀ, ਦਾ ਰੂਲ ਆਫ ਦਾ ਰੋਡ। ਇਸ ਦੇ ਰਾਈਟਰ ਸੀਗੇ ਤੁਹਾਡੇ ਏਜੀ ਗਾਰਡਨੀਅਰ। ਤੇ ਬੇਸਿਕਲੀ ਇਸ ਚੈਪਟਰ ਦੇ ਵਿੱਚ ਤੁਹਾਨੂੰ ਆਜ਼ਾਦੀ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਨਿੱਜੀ ਆਜ਼ਾਦੀ ਅਤੇ ਸਮਾਜਵਾਦੀ ਆਜ਼ਾਦੀ। ਤੇ ਦੋਸਤੋ ਇਸ ਦੇ ਵਿੱਚ ਇਹੀ ਦੱਸਿਆ ਗਿਆ ਕਿ ਸਾਡੀ ਜਿਹੜੀ ਨਿੱਜੀ ਆਜ਼ਾਦੀ ਆ ਉਸ ਦੇ ਕਰਕੇ ਦੂਸਰੇ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਕੋਈ ਵੀ ਡਿੱਕਾ ਨਹੀਂ ਲੱਗਣਾ ਚਾਹੀਦਾ, ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਸਾਡੀ ਆਜ਼ਾਦੀ ਕਰਕੇ ਦੂਸਰਿਆਂ ਦੀ ਆਜ਼ਾਦੀ ਦੇ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਹੋਣਾ ਚਾਹੀਦਾ। ਤੇ ਦੋਸਤੋ ਇਹ ਸੀਗਾ ਤੁਹਾਡਾ ਚੈਪਟਰ। ਤੇ ਦੋਸਤੋ ਆਪਣਾ ਮੇਨ ਕੋਰਸ ਦੇ ਸਾਰੇ ਚੈਪਟਰ ਖਤਮ ਹੋ ਚੁੱਕੇ ਨੇ। ਹਾਂਜੀ ਦੋਸਤੋ ਇਹ ਤੁਹਾਡਾ ਲਾਸਟ ਚੈਪਟਰ ਸੀਗਾ, ਠੀਕ ਹੈ ਜੀ, 8ਵਾਂ ਚੈਪਟਰ ਦਾ ਰੂਲ ਆਫ ਦਾ ਰੋਡ। ਆਪਣੇ ਮੇਨ ਕੋਰਸ ਦੀ ਬੁੱਕ ਪੂਰੀ ਕੰਪਲੀਟ ਹੋ ਚੁੱਕੀ ਆ। ਤੇ ਦੋਸਤੋ ਹੁਣ ਆਪਾਂ ਕੱਲ ਕਰਾਂਗੇ ਤੁਹਾਡਾ ਪੋਇਟਰੀ, ਯਾਨੀ ਕਿ ਤੁਹਾਡਾ ਪੋਇਟਰੀ ਵਾਲਾ ਸੈਕਸ਼ਨ ਆਪਾਂ ਸਟਾਰਟ ਕਰਾਂਗੇ। ਤੁਹਾਡਾ ਪਹਿਲਾ ਪੋਇਮ ਜਿਸ ਦਾ ਨਾਮ ਹੈਗਾ, ਠੀਕ ਹੈ ਜੀ, ਕਰੈਕਟਰ ਆਫ ਹੈਪੀ ਮੈਨ, ਠੀਕ ਹੈ ਜੀ। ਤੇ ਇਸ ਦੇ ਰਾਈਟਰ ਹੈਗੇ ਆ ਤੁਹਾਡੇ ਸਰ ਹੈਨਰੀ ਵਾਟਨ। ਤੇ ਦੋਸਤੋ ਬਸ ਤੁਹਾਡਾ ਆਪਾਂ ਕੱਲ ਮਿਲਦੇ ਆ ਤੇ ਕੱਲ ਆਪਾਂ ਪੋਇਟਰੀ ਸਟਾਰਟ ਕਰਾਂਗੇ। ਇਸ ਤੋਂ ਬਾਅਦ ਜਦੋਂ ਪੋਇਟਰੀ ਖਤਮ ਹੋਗੀ, ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਸਪਲੀਮੈਂਟਰੀ ਰੀਡਰ। ਤੇ ਦੋਸਤੋ ਇਸ ਤਰ੍ਹਾਂ ਫਿਰ ਆਪਾਂ ਇੰਗਲਿਸ਼ ਦਾ ਸਿਲੇਬਸ ਜਲਦੀ ਤੋਂ ਜਲਦੀ ਮੁਕਾਈਏ। ਤੇ ਦੋਸਤੋ ਬਸ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਤੁਹਾਨੂੰ ਸਮਝ ਆਈ ਆ ਤਾਂ ਦੋਸਤੋ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਸੀਂ ਕਿੰਨੇ ਕੁ ਜਾਣੇ ਦੇਖ ਰਹੇ ਹੋ ਤੇ ਤੁਹਾਨੂੰ ਕਿੰਨੇ ਕੁ ਜਾਣੇ ਨੂੰ ਸਮਝ ਆ ਰਹੀਆਂ ਨੇ। ਤੇ ਦੋਸਤੋ ਬਾਕੀ ਦੋਸਤੋ ਕੁਝ ਪੁੱਛਣਾ ਜਾਂ ਕੋਈ ਤੁਸੀਂ ਮੈਨੂੰ ਸੁਜੈਸ਼ਨ ਦੇਣਾ ਕਿ ਇਸ ਚੀਜ਼ ਦੇ ਵਿੱਚ ਮੈਨੂੰ ਇੰਪਰੂਵਮੈਂਟ ਕਰਨੀ ਚਾਹੀਦੀ ਆ ਤਾਂ ਤੁਸੀਂ ਮੈਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ। ਵੀਡੀਓ ਦੀ ਲਿੰਕ ਐਂਡ ਡਿਸਕ੍ਰਿਪਸ਼ਨ ਆ, ਠੀਕ ਹੈ ਜੀ, ਉਸ ਤੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਠੀਕ ਹੈ ਦੋਸਤੋ। ਮੈਂ ਤੁਹਾਡਾ ਰਿਪਲਾਈ 100% ਕਰੂੰਗਾ। ਤੇ ਦੋਸਤੋ ਚਲੋ ਕੱਲ ਮਿਲਦੇ ਹਾਂ ਆਪਾਂ ਪੋਇਟਰੀ ਵਾਲੇ ਸੈਕਸ਼ਨ ਤੋਂ, ਠੀਕ ਹੈ ਜੀ। ਕੱਲ ਆਪਾਂ ਲੈ ਕੇ ਆਉਂਦੇ ਹਾਂ ਤੁਹਾਡਾ ਪੋਇਟਰੀ ਤੇ ਉਸ ਤੋਂ ਬਾਅਦ ਸਪਲੀਮੈਂਟਰੀ ਸਟਾਰਟ ਕਰਾਂਗੇ, ਠੀਕ ਹੈ ਜੀ। ਮਿਲਦੇ ਹਾਂ ਆਪਾਂ ਕੱਲ, ਬਾਏ ਬਾਏ।